हाँ जी प्यारे साथियों, स्वागत है ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤਿਆਰੀ ਉੱਪਰ। ਸਾਥੀਓ ਅੱਜ ਆਪਾਂ ਕਰਾਂਗੇ ਗੁਰਮਤਿ ਕਾਵਿ ਬਾਰੇ। ਠੀਕ ਹੈ ਜੀ, ਗੁਰਮਤਿ ਕਾਵਿ ਦੇ ਵਿੱਚ ਆਪਾਂ ਸਾਰੇ ਗੁਰੂ ਸਾਹਿਬਾਨਾਂ ਬਾਰੇ ਅਤੇ ਹੋਰ ਵੀ ਜਿਹੜੇ ਭਗਤ ਜੀ ਨੇ ਆਪਣੇ ਗੁਰਮਤਿ ਕਾਵਿ ਵਿੱਚ ਆਉਂਦੇ ਉਹਨਾਂ ਬਾਰੇ ਓਵਰਆਲ ਆਪਾਂ ਇੱਕੋ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਸਾਰਾ ਪੜ੍ਹ ਲਈਏ। ਠੀਕ ਹੈ ਜੀ, ਅਤੇ ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਗੁਰਮਤਿ ਕਾਵਿ। ਗੁਰਮਤਿ ਕਾਵਿ ਦੇ ਵਿੱਚ ਜੀ ਸਭ ਤੋਂ ਪਹਿਲਾਂ ਜਿਹੜੀ ਪ੍ਰਮੁੱਖ ਗੁਰੂ ਜੀ ਆਉਂਦੇ ਆ ਉਹ ਹੈ ਜੀ ਗੁਰੂ ਨਾਨਕ ਦੇਵ ਜੀ। ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜੀਵਨ ਕਾਲ ਹੈ ਉਹ ਹੈ ਜੀ 1469 ਈਸਵੀ ਤੋਂ ਲੈ ਕੇ 1539 ਈਸਵੀ। ਅਤੇ ਇਹਨਾਂ ਦੀਆਂ ਜਿਹੜੀਆਂ ਮੇਨ ਰਚਨਾਵਾਂ ਆ ਜੀ, ਰਚਨਾਵਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਇਹਦੇ ਵਿੱਚ ਆਉਂਦੀ ਹੈ ਜੀ ਜਪਜੀ ਸਾਹਿਬ। ਜਪਜੀ ਸਾਹਿਬ ਦੇ ਵਿੱਚ ਜੀ 38 ਪੌੜੀਆਂ ਅਤੇ 2 ਸਲੋਕ ਨੇ। ਅਤੇ ਇਹਦੇ ਵਿੱਚ ਜਿਹੜਾ ਮੂਲ ਮੰਤਰ ਹੈ ਜੀ, ਮੂਲ ਮੰਤਰ ਦੇ ਵਿੱਚ ਟੋਟਲ 6 ਵਿਸ਼ੇਸ਼ਣ ਨੇ ਅਤੇ 8 ਨਾਮ ਨੇ। ਅਤੇ ਇਹਦੇ ਵਿੱਚ ਇੱਕ ਹੋਰ ਹੈ ਜੀ ਸੁਤੰਤਰ ਬਾਣੀ 100 ਦਰ। ਠੀਕ ਹੈ, ਇਹ ਚੀਜ਼ਾਂ ਨੂੰ ਤੁਸੀਂ ਧਿਆਨ ਨਾਲ ਨੋਟ ਕਰ ਲੈਣਾ। ਅਤੇ ਗੁਰੂ ਸਾਹਿਬਾਨ ਵੱਲੋਂ ਜੀ 3 ਵਾਰਾਂ ਦੀ ਰਚਨਾ ਕੀਤੀ ਗਈ ਹੈ। ਇਹਦੇ ਵਿੱਚ ਹੈ ਜੀ ਆਸਾ ਦੀ ਵਾਰ ਪਹਿਲੇ ਨੰਬਰ 'ਤੇ। ਇਹਦੀਆਂ ਪੌੜੀਆਂ ਹੈ ਜੀ 24 ਅਤੇ 59 ਸਲੋਕ ਹੈ ਜੀ। ਇਹਦੇ ਵਿੱਚ ਜੀ ਗੁਰੂ ਦੀ ਮਹਿਮਾ ਦਾ ਜ਼ਿਕਰ ਕੀਤਾ ਗਿਆ ਹੈ। ਅਤੇ ਦੂਸਰੇ ਨੰਬਰ 'ਤੇ ਹੈ ਜੀ ਮਾਝ ਦੀ ਵਾਰ। ਮਾਝ ਦੀ ਵਾਰ ਵਿੱਚ ਜੀ 27 ਪੌੜੀਆਂ ਅਤੇ 58 ਸਲੋਕ ਨੇ। ਅੱਗੇ ਥਰਡ ਹੈਗੀ ਹੈ ਜੀ ਮਲਾਰ ਦੀ ਵਾਰ। ਮਲਾਰ ਦੀ ਵਾਰ ਦੀਆਂ ਪੌੜੀਆਂ ਹੈਗੀਆਂ ਆ ਜੀ 27 ਅਤੇ 29 ਸਲੋਕ ਹੈ। ਠੀਕ ਹੈ ਜੀ, ਅੱਗੇ ਜਿਹੜੀ ਗੁਰੂ ਜੀ ਦੀ ਬਾਣੀ ਹੈਗੀ ਹੈ ਜੀ ਸਿੱਧ ਗੋਸ਼ਟ। ਸਿੱਧ ਗੋਸ਼ਟ ਕੀ ਹੈ? ਗੋਸ਼ਟੀ ਦਾ ਮਤਲਬ ਹੁੰਦਾ ਸੰਵਾਦ, ਵਿਚਾਰਾਂ ਦਾ ਸੰਵਾਦ। ਠੀਕ ਹੈ ਜੀ, ਇਹਦੇ ਜੀ 73 ਪਦੇ ਆ ਅਤੇ ਇਹ ਰਾਗ ਜਿਹੜੀ ਰਾਮਕਲੀ ਰਾਗ ਆ ਉਹਦੇ ਵਿੱਚ ਸ਼ਾਮਿਲ ਕੀਤੀ ਗਈ ਹੈ। ਠੀਕ ਹੈ ਜੀ, ਅੱਗੇ ਹੈ ਜੀ ਦੱਖਣੀ ਓਂਕਾਰ। ਦੱਖਣੀ ਓਂਕਾਰ ਦੇ ਵਿੱਚ 54 ਪਦ ਹੈ ਜੀ ਅਤੇ ਰਾਗ ਹੈ ਰਾਮਕਲੀ। ਅੱਗੋਂ ਗੁਰੂ ਜੀ ਨੇ ਜੀ 12 ਮਾਹ ਤੁਖਾਰੀ ਦੀ ਰਚਨਾ ਕੀਤੀ ਹੈ। ਠੀਕ ਹੈ ਜੀ, ਦੇਖੋ 2 12 ਮਾਹ ਦੀ ਜ਼ਿਕਰ ਆਉਂਦਾ ਆ ਗੁਰਮਤਿ ਕਾਵਿ ਵਿੱਚ। ਇੱਕ ਹੈ 12 ਮਾਹ ਤੁਖਾਰੀ, ਇੱਕ ਹੈ 12 ਮਾਹ ਮਾਝ। ਮਾਝ ਦਾ ਜ਼ਿਕਰ ਆਪਾਂ ਅੱਗੇ ਜਾ ਕੇ ਕਰਾਂਗੇ। ਹੁਣ ਆਪਾਂ ਜ਼ਿਕਰ ਕਰਦੇ ਹਾਂ 12 ਮਾਹ ਤੁਖਾਰੀ ਦਾ। ਇਹਦੇ 17 ਪਦ ਨੇ ਜੀ ਅਤੇ ਰਾਗ ਹੈਗੇ ਆ ਤੁਖਾਰੀ ਅਤੇ ਚੇਤਰ ਮਹੀਨੇ ਤੋਂ ਸ਼ੁਰੂ ਹੁੰਦਾ। ਠੀਕ ਹੈ ਜੀ, ਚੇਤਰ ਇਹ ਦੇਸੀ ਮਹੀਨੇ ਨੇ ਜਿਹੜੇ, ਉਹਨਾਂ ਦੇ ਵਿੱਚੋਂ ਚੇਤਰ ਮਹੀਨੇ ਤੋਂ ਸ਼ੁਰੂ ਹੁੰਦਾ। ਅੱਗੇ ਹੈ ਜੀ ਗੁਰੂ ਜੀ ਦੀ ਬਾਣੀ ਜਿਹੜੀ ਪ੍ਰਸਿੱਧ ਰਚਨਾ ਇੱਕ ਹੋਰ ਪੱਟੀ। ਪੱਟੀ ਦੇ ਵਿੱਚ ਦੇਖੋ ਜੀ 35 ਪਦ ਨੇ। ਇਹ ਹੈਗੀ ਹੈ ਜੀ ਰਾਗ ਹੈ ਜਿਹੜੀ ਆਸਾ ਵਿੱਚ। ਜਿਹੜਾ ਸੱਸਾ ਸ਼ਬਦ ਹੈ ਜੀ ਉਹਦੇ ਤੋਂ ਸ਼ੁਰੂ ਹੋ ਰਹੀ ਹੈ ਅਤੇ ਐੜੇ ਉੱਪਰ ਖਤਮ ਹੋ ਰਹੀ ਹੈ। ਪੱਟੀ ਹੈਗੀ ਹੈ ਜੀ ਇੱਕ ਜਿਹੜਾ ਇਹ ਕਾਵਿ ਰੂਪ ਕਹਿ ਲਾਂਗੇ ਆਪਾਂ ਇਹਨੂੰ। ਇਹ ਹੈ ਜੀ ਜਿਹੜਾ ਸ਼ਬਦਾਂ 'ਤੇ ਆਧਾਰਿਤ ਹੈ। ਠੀਕ ਹੈ ਜੀ, ਆਪਣਾ ਜਿਹੜਾ ਮਤਲਬ ਸ਼ਬਦ ਮਤਲਬ ਜਿਹੜੇ ਆਪਣੇ ਊੜਾ ਐੜਾ ਉਹਦੇ ਉੱਤੇ ਆਧਾਰਿਤ ਰਚਨਾ ਹੈ। ਠੀਕ ਹੈ ਜੀ, ਵਰਨਾਂ ਦੇ ਉੱਤੇ ਆਧਾਰਿਤ ਰਚਨਾ ਆ। ਅੱਗੇ ਹੈ ਜੀ ਕਾਫੀ। ਗੁਰੂ ਜੀ ਨੇ 6 ਕਾਫੀਆਂ ਦੀ ਰਚਨਾ ਕੀਤੀ ਹੈ। 3 ਹੈਗੀਆਂ ਜੀ ਰਾਗ ਸੂਹੀ ਵਿੱਚ ਅਤੇ 3 ਹੈਗੀਆਂ ਰਾਗ ਮਾਰੂ ਵਿੱਚ। ਅੱਗੇ ਹੈ ਜੀ ਗੁਰੂ ਜੀ ਦੀ ਬਾਣੀ ਬਾਬਰ ਬਾਣੀ। ਇਹਦੇ ਵਿੱਚ ਜੀ ਇਹਨਾਂ ਨੇ ਟੋਟਲ 4 ਸ਼ਬਦ ਨੇ ਅਤੇ ਇਹਦੇ ਵਿੱਚ ਜੀ ਤੀਸਰਾ ਹਮਲਾ ਜਿਹੜਾ ਬਾਬਰ ਦਾ ਉਹਦਾ ਜ਼ਿਕਰ ਕੀਤਾ ਗਿਆ। ਅਤੇ ਗੁਰੂ ਜੀ ਇਹਨੂੰ ਪਾਪਾਂ ਦੀ ਜੰਜ ਕਹਿੰਦੇ ਆ। ਠੀਕ ਹੈ ਜੀ, ਮੇਨ ਕਰਕੇ ਪਾਪਾਂ ਦੀ ਜੰਜ ਕਿਹਾ ਜਾਂਦਾ ਇਹਨੂੰ। ਗੁਰੂ ਜੀ ਨੇ ਜ਼ਿਕਰ ਕੀਤਾ ਆਪਣੀ ਬਾਣੀ ਵਿੱਚ। ਗੁਰੂ ਜੀ ਦੀਆਂ ਹੋਰ ਰਚਨਾਵਾਂ ਦੇ ਵਿੱਚ ਹੈਗੀ ਜੀ ਥਿਤੀ। ਥਿਤੀ ਦੇ ਹੈਗੇ ਜੀ 20 ਪਦੇ ਆ। ਇਹ ਬਹਾਵਲ ਰਾਗ ਵਿੱਚ ਆ। ਜਿਹੜੀ ਚੰਦਰਮਾ ਦੀ ਗਤੀ ਨਾਲ ਸੰਬੰਧਿਤ ਹੈ। ਚੰਦਰਮਾ ਦੀ ਗਤੀ ਜਿਹੜੀਆਂ 14 ਉਹਦੀਆਂ ਹੁੰਦੀਆਂ ਤਰੀਕਾਂ, ਵੱਧਦੀਆਂ ਅਤੇ ਘਟਦੇ ਵਾਲੇ ਜਿਹੜੇ ਕ੍ਰਮ ਹੁੰਦੇ ਆ, ਉਹਨਾਂ ਦੇ ਆਧਾਰਿਤ ਦੇ ਉੱਤੇ ਇਹ ਰਚਨਾ ਆ ਜੀ। ਜਿਹੜਾ 19ਵੇਂ ਪਦ ਆ ਉਹਦੇ ਵਿੱਚ ਜੀ ਮੱਸਿਆ ਦਾ ਚਿੱਤਰਣ ਕੀਤਾ ਗਿਆ। ਠੀਕ ਹੈ ਜੀ, ਅੱਗੇ ਗੁਰੂ ਜੀ ਨੇ ਜੀ ਅਲਾਉਣੀਆਂ ਦੀ ਰਚਨਾ ਕੀਤੀ ਆ। ਅਲਾਉਣੀ ਇੱਕ ਕਾਵਿ ਰੂਪ ਆ ਜਿਹੜਾ ਸੋਗ ਦੇ ਨਾਲ ਸੰਬੰਧਿਤ ਆ, ਦੁੱਖ ਦੇ ਨਾਲ ਸੰਬੰਧਿਤ ਹੈ। ਅਤੇ 5 ਅਲਾਉਣੀਆਂ ਦੀ ਰਚਨਾ ਕੀਤੀ ਹੈ। ਅਤੇ ਇਹਦਾ ਜਿਹੜਾ ਰਾਗ ਹੈ ਉਹ ਰਾਗ ਹੈਗਾ ਜੀ ਬੜਹੰਸ ਰਾਗ। ਠੀਕ ਹੈ ਜੀ, ਅੱਗੇ ਇਹਨਾਂ ਨੇ ਇੱਕ ਆਰਤੀ ਦੀ ਰਚਨਾ ਕੀਤੀ ਹੈ। ਆਰਤੀ ਇੱਕ ਸ਼ਬਦ ਹੈ ਜੀ ਇਹਨਾਂ ਦਾ ਅਤੇ ਧਨਾਸਰੀ ਰਾਗ ਵਿੱਚ ਹੈ। ਇਸ ਦੇ ਨਾਲ ਜੀ ਉਹਨਾਂ ਦੀਆਂ ਜਿਹੜੀਆਂ ਹੋਰ ਰਚਨਾਵਾਂ ਨੇ ਉਹ ਹੈ ਜੀ ਪਹਿਰੇ। ਪਹਿਰੇ ਕੀ ਹੁੰਦਾ ਜੀ, ਤੁਹਾਨੂੰ ਥੋੜ੍ਹਾ ਜਿਹਾ ਦੱਸ ਦਿੰਦੇ ਹਾਂ। ਕਿਹੜੇ ਰਾਗ ਇਹ ਆਪਣੇ ਦਿਨ ਦੇ ਪਹਿਰ ਹੁੰਦੇ ਆ ਅਲੱਗ ਉਹਨਾਂ ਨੂੰ 4 ਪੰਕਤੀਆਂ ਦੇ ਵਿੱਚ ਇੱਕ ਕਵਿਤਾ ਹੁੰਦੀ ਹੈ ਜਿਹੜੀ ਉਹਨੂੰ ਪਹਿਰੇ ਕਿਹਾ ਜਾਂਦਾ। ਠੀਕ ਹੈ, ਜਿਹੜੇ ਗੁਰੂ ਜੀ ਨੇ ਪਹਿਰਿਆਂ ਦੀ ਰਚਨਾ ਕੀਤੀ ਹੈ ਉਹ ਹੈਗੇ ਜੀ ਸ਼੍ਰੀ ਰਾਗ ਵਿੱਚ। 2 ਪਹਿਰਿਆਂ ਦੀ ਰਚਨਾ ਕੀਤੀ ਹੈ। ਠੀਕ ਹੈ ਜੀ, ਅਤੇ ਇੱਕ ਪਹਿਰਾ ਉਹਨਾਂ ਦੇ ਜਿਹੜਾ ਰਚਨਾ ਕੀਤੀ ਆ ਉਹ ਤੁਖਾਰੀ ਰਾਗ ਵਿੱਚ ਕੀਤੀ ਹੈ। ਟੋਟਲ 3 ਪਹਿਰੇ ਨੇ, 2 ਹੈਗੇ ਆ ਸ਼੍ਰੀ ਰਾਗ ਵਿੱਚ ਅਤੇ ਇੱਕ ਹੈ ਤੁਖਾਰੀ ਰਾਗ ਵਿੱਚ। ਅਤੇ ਇਸ ਤੋਂ ਬਿਨਾਂ ਜੀ ਉਹਨਾਂ ਦੀ ਇੱਕ 100 ਦਰ ਬਾਣੀ ਹੈ ਜਿਹੜੀ ਰਾਗ ਆਸਾ ਵਿੱਚ ਆ। ਅਤੇ ਉਹਨਾਂ ਨੇ 22 ਸਹੋਲਿਆਂ ਦੀ ਰਚਨਾ ਕੀਤੀ ਹੈ। ਸਹੋਲੇ ਕੀ ਹੁੰਦੇ ਆ? 16 ਪੰਕਤੀਆਂ ਵਾਲੀ ਕਵਿਤਾ। ਅਤੇ ਜਿਹੜੇ ਇਹਨਾਂ ਵਿੱਚੋਂ 22 ਗੁਰੂ ਜੀ ਨੇ ਜਿਹਨਾਂ ਦੀ ਰਚਨਾ ਕੀਤੀ ਹੈ ਉਹਨਾਂ ਵਿੱਚੋਂ ਜਿਹੜੇ 12 ਨੇ ਉਹ ਮਾਰੂ ਰਾਗ ਵਿੱਚ ਨੇ ਅਤੇ ਜਿਹੜੇ 10 ਨੇ ਉਹ ਦੱਖਣੀ ਮਾਰੂ ਵਿੱਚ ਨੇ। ਠੀਕ ਹੈ ਜੀ, ਟੋਟਲ ਹੋ ਗਏ ਇਹ 22। ਉਸ ਤੋਂ ਬਿਨਾਂ ਇਹਨਾਂ ਨੇ ਕੀਰਤਨ ਸਹੋਲਾ ਦੀ ਰਚਨਾ ਕੀਤੀ ਹੈ, ਛੱਤ ਦੀ ਰਚਨਾ ਕੀਤੀ ਹੈ,
ਵਣਜਾਰੇ ਦੀ ਰਚਨਾ ਕੀਤੀ ਹੈ ਅਤੇ ਕੁਚੱਜੀ ਸੁਚੱਜੀ ਇੱਕ ਕਾਵਿ ਰੂਪ ਹੈ, ਉਹਦੇ ਵਿੱਚ ਇਹਨਾਂ ਨੇ ਰਚਨਾ ਕੀਤੀ ਹੈ। ਅਤੇ ਇਸ ਦੇ ਨਾਲ ਜੀ ਕੁਝ ਹੋਰ ਜਿਹੜੇ ਇਹਨਾਂ ਦੇ ਕੁਐਸਚਨ ਨੇ ਉਹ ਪੁੱਛ ਲਏ ਜਾਂਦੇ ਆ। ਇੱਕ ਹੈ ਜੀ ਇਹਨਾਂ ਨੇ ਮਤਲਬ ਕੁੱਲ ਕਿੰਨੇ ਬੰਦਾਂ ਦੀ ਰਚਨਾ ਕੀਤੀ ਹੈ, ਉਹ ਹੈਗੇ ਆ ਜੀ 2949 ਬੰਦ। ਅਤੇ ਇਹਨਾਂ ਨੇ ਟੋਟਲ 19 ਰਾਗਾਂ ਵਿੱਚ ਰਚਨਾ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ 31 ਰਾਗ ਨੇ। 31 ਰਾਗਾਂ ਦੇ ਵਿੱਚੋਂ ਗੁਰੂ ਜੀ ਨੇ 19 ਰਾਗਾਂ ਦੇ ਵਿੱਚ ਰਚਨਾ ਕੀਤੀ ਹੈ। ਜਿਹੜੇ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਕਿੰਨੇ ਦਰਜ ਨੇ ਉਹ ਵੀ ਇੱਕ ਵਾਰ ਨੋਟ ਕਰ ਲਓ। ਉਹ ਹੈਗੇ ਨੇ ਜੀ 976, ਟੋਟਲ 976 ਸ਼ਬਦ ਇਹਨਾਂ ਦੇ ਦਰਜ ਕੀਤੇ ਹੋਏ ਆ। ਇੱਕ ਹੋਰ ਕੁਐਸਚਨ ਕਈ ਵਾਰ ਪੁੱਛ ਲਿਆ ਜਾਂਦਾ ਜੀ ਗੁਰੂ ਜੀ ਨਾਲ ਸੰਬੰਧਿਤ ਕਿ ਜਿਹੜਾ ਜਨੇਊ ਪਾਉਣ ਦੀ ਰਸਮ ਕਿਹਨੇ ਕੀਤੀ ਸੀ। ਜਨੇਊ ਪਾਉਣ ਦੀ ਰਸਮ ਜਿਹੜੀ ਕੀਤੀ ਸੀ, ਜਿਹਨੂੰ ਗੁਰੂ ਜੀ ਨੇ ਬਾਅਦ ਵਿੱਚ ਮਨਾ ਵੀ ਕੀਤਾ ਸੀ, ਉਹ ਹੈ ਜੀ ਪੰਡਿਤ ਹਰਦਿਆਲ ਜੀ। ਠੀਕ ਹੈ ਜੀ। ਅੱਗੇ ਹੈ ਜੀ ਇਹਨਾਂ ਦਾ ਜਿਹੜਾ ਇੱਕ ਹੋਰ ਮੁੱਖ ਸਿਧਾਂਤ ਹੈ, ਨਾਮ ਜਪਣਾ, ਕਿਰਤ ਕਰਨਾ ਅਤੇ ਵੰਡ ਕੇ ਛਕਣਾ। ਵੰਡ ਕੇ ਛਕਣਾ ਇਹਨਾਂ ਦਾ ਮੁੱਖ ਸਿਧਾਂਤ ਹੈ ਇਹ। ਅਤੇ ਇਸ ਤੋਂ ਬਿਨਾਂ ਜੀ ਇੱਕ ਆਪਾਂ ਜਿਹੜੀ ਜਪਜੀ ਸਾਹਿਬ ਬਾਣੀ ਕਰੀ ਸੀ, ਉਹਦੇ ਵਿੱਚ ਇੱਕ ਹੋਰ ਮਹੱਤਵਪੂਰਨ ਜਿਹੜਾ ਕੁਐਸਚਨ ਆ ਜਾਂਦਾ ਕਿ ਇਹਦੇ ਵਿੱਚ ਖੰਡਾਂ ਕਿੰਨੇ ਖੰਡ ਨੇ। ਖੰਡ ਦਾ ਤੁਹਾਨੂੰ ਸਾਰਿਆਂ ਨੂੰ ਲਗਭਗ ਕਈ ਪਤਾ ਹੀ ਹੋਏਗਾ। ਇਹਦੇ ਵਿੱਚ ਟੋਟਲ 5 ਖੰਡ ਨੇ। ਕਈ ਵਾਰੀ ਉਹਨਾਂ ਦਾ ਕ੍ਰਮ ਪੁੱਛ ਲਿਆ ਜਾਂਦਾ। ਕ੍ਰਮ ਨੂੰ ਯਾਦ ਕਰਨ ਲਈ ਮੈਂ ਤੁਹਾਨੂੰ ਬੋਲ ਰਿਹਾ, ਤੁਸੀਂ ਆਪਣੀ ਨੋਟਸ ਵਗੈਰਾ ਨੋਟ ਕਰ ਲਓ ਅਤੇ ਉਹਦੇ 'ਤੇ ਲਿਖ ਲਓ ਧਿਆਨ ਨਾਲ। ਪਹਿਲਾ ਹੈ ਜੀ ਖੰਡ ਧਰਮ ਖੰਡ, ਸੈਕਿੰਡ ਹੈ ਜੀ ਦੂਸਰਾ ਹੈ ਗਿਆਨ ਖੰਡ, ਤੀਸਰਾ ਹੈ ਜੀ ਸਰਮ ਖੰਡ, ਚੌਥਾ ਹੈ ਜੀ ਕਰਮ ਖੰਡ ਅਤੇ ਪੰਜਵਾਂ ਹੈ ਜੀ ਸੱਚਖੰਡ। ਠੀਕ ਹੈ, 5 ਖੰਡਾਂ ਦਾ ਜ਼ਿਕਰ ਕੀਤਾ ਗਿਆ ਜੀ ਗੁਰਬਾਣੀ ਦੇ ਵਿੱਚ ਜਾਂ ਜਪਜੀ ਸਾਹਿਬ ਬਾਣੀ ਦੇ ਵਿੱਚ। ਹਾਂਜੀ, ਅੱਗੇ ਹੈ ਜੀ ਆਪਣੇ ਦੂਸਰੇ ਗੁਰੂ ਜੀ ਗੁਰੂ ਅੰਗਦ ਦੇਵ ਜੀ। ਇਹਨਾਂ ਦਾ ਜੀਵਨ ਕਾਲ ਹੈ ਜੀ ਜਿਹੜਾ 1504 ਤੋਂ ਲੈ ਕੇ 1552 ਈਸਵੀ ਤੱਕ। ਠੀਕ ਹੈ, ਜੀਵਨ ਕਾਲ ਤੁਸੀਂ ਸਾਰੇ ਗੁਰੂ ਸਾਹਿਬਾਨਾਂ ਦਾ ਜਾਂ ਜਿੰਨੇ ਵੀ ਆਪਾਂ ਨੂੰ ਕਵੀ, ਨਾਟਕਕਾਰ, ਨਾਵਲਕਾਰ ਜੋ ਵੀ ਲੱਗਿਆ ਉਹਨਾਂ ਦਾ ਸਾਰਿਆਂ ਦਾ ਜੀਵਨ ਕਾਲ ਤੁਸੀਂ ਯਾਦ ਕਰਨਾ ਆ। ਉਹਦੇ ਲਈ ਆਪਾਂ ਅਲੱਗ ਇੱਕ ਵੀਡੀਓ ਵੀ ਬਣਾ ਦਾਂਗੇ ਅਤੇ ਇਹ ਤੁਹਾਨੂੰ ਬਹੁਤ ਜ਼ਰੂਰੀ ਹੈ ਯਾਦ ਕਰਨਾ। ਅਤੇ ਇਹਨਾਂ ਦਾ ਹੈਗਾ ਜੀ ਅੱਗੇ ਜਿਹੜੀ ਰਚਨਾ ਆ ਉਹ ਹੈ ਜੀ 62 ਸਲੋਕ। ਕਿਸੇ ਕਿਸੇ ਬੁੱਕ ਦੇ ਵਿੱਚ ਦੇਖੋ ਜੀ 63 ਵੀ ਦਿੱਤੇ ਹੁੰਦੇ ਆ, ਪਰ ਜਿਹੜਾ ਐਗਜ਼ਾਮੀਨਰ ਆ, ਕਈ ਐਗਜ਼ਾਮ ਜਿਹੜੇ ਪਹਿਲਾਂ ਹੋ ਚੁੱਕੇ ਆ ਉਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਪ੍ਰਮਾਣਿਤ ਸਲੋਕ ਮੰਨੇ ਗਏ ਆ ਉਹ 62 ਹੀ ਮੰਨੇ ਗਏ ਆ। ਠੀਕ ਹੈ ਜੀ। ਅਤੇ 62 ਸਲੋਕ ਜਿਵੇਂ ਜਿਵੇਂ ਇਹਨਾਂ ਦੇ ਕਈ ਵਾਰਾਂ ਦੇ ਵਿੱਚ ਨੇ, ਜਿੱਦਾਂ ਆਸਾ ਦੀ ਵਾਰ ਰਾਗ ਆ ਜਿਹੜੀ, ਉਹਦੇ ਵਿੱਚ ਇਹਨਾਂ ਦੇ 14 ਸਲੋਕ ਨੇ। ਮਾਝ ਦੀ ਵਾਰ ਵਿੱਚ ਇਹਨਾਂ ਦੇ 12 ਸਲੋਕ ਹੈ। ਮਲਾਰ ਦੀ ਵਾਰ ਆ ਜਿਹੜੀ, ਉਹਦੇ ਵਿੱਚ ਇਹਨਾਂ ਦੇ 5 ਸਲੋਕ ਹੈ। ਵੱਖ ਵੱਖ ਵਾਰਾਂ ਵਿੱਚ 19 ਸਲੋਕ। ਠੀਕ ਹੈ ਜੀ। ਅਤੇ ਗੁਰੂ ਰਾਮਦਾਸ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਵਿੱਚ ਇਹਨਾਂ ਦੇ 4 ਸਲੋਕ ਨੇ। ਅਤੇ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਮਾਰੂ ਰਾਗ ਹੈ ਉਹਦੇ ਵਿੱਚ ਇਹਨਾਂ ਦਾ, ਮਾਰੂ ਰਾਗ ਵਿੱਚ ਜਿਹੜੀ ਵਾਰ ਹੈ ਉਹਨਾਂ ਵਿੱਚ ਇਹਨਾਂ ਦਾ 1 ਸਲੋਕ ਹੈ। ਠੀਕ ਹੈ ਜੀ। ਇਹ ਸੀਗਾ ਜੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ। ਅੱਗੇ ਹੈ ਜੀ ਗੁਰੂ ਰਾਮਦਾਸ ਜੀ, ਅਤੇ ਸਿੱਖਾਂ ਦੇ ਤੀਸਰੇ ਗੁਰੂ ਹੈ ਜੀ। ਉਹਨਾਂ ਬਾਰੇ ਹੁਣ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਹੈ ਜੀ ਉਹਨਾਂ ਦਾ ਜੀਵਨ ਕਾਲ। ਜੀਵਨ ਕਾਲ ਨੋਟ ਕਰ ਲੈਣਾ ਜੀ 1479 ਤੋਂ ਲੈ ਕੇ 1574 ਈਸਵੀ ਤੱਕ। ਠੀਕ ਹੈ ਜੀ। ਇਹ ਕਾਫੀ ਜ਼ਿਆਦਾ ਇਸ ਤੱਕ ਰਹੇ ਆ ਜੀ ਇਹ। ਅਤੇ ਇਹਨਾਂ ਲਈ ਇਸ ਕਰਕੇ ਇਹਨਾਂ ਨੇ ਇੱਕ ਅਲੱਗ ਪ੍ਰਥਾ ਵੀ ਸ਼ੁਰੂ ਕਰੀ ਸੀ, ਉਹਦਾ ਮੈਂ ਤੁਹਾਨੂੰ ਗਾਹਾਂ ਜਾ ਕੇ ਜ਼ਿਕਰ ਕਰਦਾ ਹਾਂ। ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀਆਂ ਰਚਨਾਵਾਂ ਬਾਰੇ ਜਾਣਦੇ ਹਾਂ। ਇਹਨਾਂ ਦੀ ਜਿਹੜੀ ਪ੍ਰਮੁੱਖ ਜਾਂ ਸ਼ਾਹਕਾਰ ਰਚਨਾ ਹੈ ਉਹ ਹੈ ਜੀ ਆਨੰਦ ਸਾਹਿਬ। ਇਹਦੀਆਂ ਟੋਟਲ 40 ਪੌੜੀਆਂ ਨੇ ਅਤੇ ਜਿਹੜੀ ਰਾਗ ਹੈ ਉਹ ਹੈ ਰਾਮਕਲੀ। ਅਤੇ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 917 ਤੋਂ ਲੈ ਕੇ 922 ਜਿਹੜੇ ਪੰਨੇ ਆ ਜਾਂ ਅੰਗ ਆ ਉਹਨਾਂ ਵਿੱਚ ਸ਼ਾਮਿਲ ਹੈ ਜੀ। ਅੱਗੇ ਹੈ ਜੀ ਇਹਨਾਂ ਦੀ ਜਿਹੜੀ ਹੋਰ ਰਚਨਾ ਉਹ ਹੈਗੀ ਆ ਵਾਰਸਤ। ਇਹ ਹੈਗੀ ਹੈ ਜੀ ਰਾਗ ਬਿਹਾਵਲ ਵਿੱਚ। ਇਹ ਐਤਵਾਰ ਤੋਂ ਸ਼ੁਰੂ ਹੁੰਦੀ ਹੈ ਜੀ। ਅੱਗੇ ਇਹਨਾਂ ਦੇ ਪੱਟੀ ਦੇਖੋ, ਪੱਟੀਆਂ 2 ਨੇ, ਇੱਕ ਗੁਰੂ ਅਮਰਦਾਸ ਜੀ ਨੇ ਵੀ ਲਿਖੀ ਆ ਅਤੇ ਇੱਕ ਗੁਰੂ ਨਾਨਕ ਦੇਵ ਜੀ ਨੇ, ਜੋ ਤੁਹਾਨੂੰ ਪਹਿਲਾਂ ਕਰਵਾ ਚੁੱਕੇ ਹਾਂ। ਜਿਹੜੀ ਗੁਰੂ ਅਮਰਦਾਸ ਜੀ ਵਾਲੀ ਪੱਟੀ ਹੈ ਇਹਦੇ ਵਿੱਚ ਹੈਗੀਆਂ ਨੇ ਜੀ ਟੋਟਲ 18 ਪੌੜੀਆਂ। ਠੀਕ ਹੈ ਜੀ। 4 ਇਹਨਾਂ ਨੇ ਅਲਾਉਣੀਆਂ ਦੀ ਰਚਨਾ ਕੀਤੀ ਆ, ਤਹਿ ਪਦਿਆਂ ਦੀ ਰਚਨਾ ਕਰੀ ਆ, ਚੌਪਦਿਆਂ ਦੀ ਰਚਨਾ ਕਰੀ ਆ, ਪੰਚਪਦੇ, ਛੰਤ ਅਤੇ ਅਸ਼ਟਪਦੀ ਦੀ ਵੀ ਰਚਨਾ ਕਰੀ। ਅਸ਼ਟਪਦੀ ਕੀ ਹੁੰਦਾ? 8 ਪਦਿਆਂ ਵਾਲੀ ਰਚਨਾ, ਉਹਨੂੰ ਕਹਿ ਦਿੰਦੇ ਆ ਅਸ਼ਟਪਦੀ। ਅਤੇ ਇਸ ਤੋਂ ਬਿਨਾਂ ਜੀ ਇਹਨਾਂ ਨੇ 4 ਵਾਰਾਂ ਦੀ ਰਚਨਾ ਕਰੀ ਹੈ। ਉਹ ਕਿਹੜੀਆਂ ਵਾਰਾਂ ਨੇ? ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ। ਅਤੇ ਇਹਨਾਂ ਨੇ ਜਿਹੜੀਆਂ ਟੋਟਲ ਰਾਗਾਂ ਨੇ, ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ 31 ਕੁ ਟੋਟਲ ਰਾਗ ਨੇ, ਉਹਨਾਂ ਵਿੱਚੋਂ ਇਹਨਾਂ ਨੇ 17 ਰਾਗਾਂ ਵਿੱਚ ਰਚਨਾ ਕੀਤੀ ਹੈ। ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਜਿਹੜੀ ਤੁਹਾਨੂੰ ਮੈਂ ਦੱਸੀ ਸੀ ਕਿ ਜ਼ਿਆਦਾ ਏਜ ਹੋਣ ਦੇ ਕਾਰਨ ਇਹਨਾਂ ਨੇ ਇੱਕ ਪ੍ਰਥਾ ਸ਼ੁਰੂ ਕਰੀ ਸੀ, ਮੰਜੀ ਪ੍ਰਥਾ। ਅਤੇ ਟੋਟਲ ਇਹਨਾਂ ਨੇ 22 ਮੰਜੀਆਂ ਦੀ ਸਥਾਪਨਾ ਕਰੀ ਸੀ। ਠੀਕ ਹੈ ਜੀ। ਅਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਟੋਟਲ ਸ਼ਬਦ ਦਰਜ ਨੇ ਉਹ ਹੈਗੇ ਆ ਜੀ 907। ਹਾਂਜੀ, ਅੱਗੇ ਹੈ ਜੀ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਦਾ ਜਿਹੜਾ ਜੀਵਨ ਕਾਲ ਹੈ ਉਹ ਹੈ ਜੀ 1534 ਤੋਂ ਲੈ ਕੇ 1581 ਈਸਵੀ। ਠੀਕ ਹੈ ਜੀ। ਹੁਣ ਆਪਾਂ ਇਹਨਾਂ ਦੀਆਂ ਰਚਨਾਵਾਂ ਬਾਰੇ ਜ਼ਿਕਰ ਕਰਾਂਗੇ। ਰਚਨਾਵਾਂ ਹੈ ਜੀ ਇਹਨਾਂ ਦੀਆਂ 2 ਘੋੜੀਆਂ ਦੀ ਰਚਨਾ ਕੀਤੀ ਇਹਨਾਂ ਨੇ।
ਘੋੜੀਆਂ ਦੇਖੋ ਜੀ, ਇਹ ਲੋਕ ਕਾਵਿ ਰੂਪ ਹੈ, ਲੋਕ ਗੀਤਾਂ ਦੇ ਅੰਡਰ ਆਉਂਦਾ। ਜਿਹੜੀਆਂ ਘੋੜੀਆਂ ਹੁੰਦੀਆਂ, ਮੁੰਡੇ ਦੇ ਘਰ ਗਾਇਆ ਜਾਣ ਵਾਲਾ ਲੋਕ ਗੀਤ ਹੈ ਜਿਹੜਾ, ਉਹਨੂੰ ਘੋੜੀਆਂ ਕਹਿੰਦੇ ਆ। ਠੀਕ ਹੈ ਜੀ। 2 ਘੋੜੀਆਂ ਦੀ ਰਚਨਾ ਕੀਤੀ ਆ ਵਡਹੰਸ ਰਾਗ ਵਿੱਚ। ਅਤੇ ਜਿਹੜੇ ਇਹਨਾਂ ਨੇ ਟੋਟਲ ਸ਼ਬਦ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ, ਉਹ ਤੁਸੀਂ ਫੇਰ ਨੋਟ ਕਰ ਲਓ। ਉਹ ਹੈਗੇ ਆ ਜੀ 679 ਸ਼ਬਦ। ਠੀਕ ਹੈ ਜੀ। ਅਤੇ ਗੁਰੂ ਰਾਮਦਾਸ ਜੀ ਨੂੰ ਜਿਹੜਾ ਇਹਨਾਂ ਦਾ ਨਿਕਨੇਮ ਸੀ ਜਾਂ ਮੁੱਢਲਾ ਨਾਮ ਸੀ, ਉਹ ਸੀਗਾ ਭਾਈ ਜੇਠਾ ਜੀ। ਅਤੇ ਘੰਗਣੀਆਂ ਵੇਚਣ ਦਾ ਇਹ ਕੰਮ ਕਰਦੇ ਸੀਗੇ। ਠੀਕ ਹੈ ਜੀ, ਸ਼ੁਰੂਆਤ ਵਿੱਚ। ਜਿਸ ਤੋਂ ਬਾਅਦ ਇਹ ਗੁਰੂ ਜੀ ਦੇ ਲੜ ਲੱਗ ਗਏ ਅੱਗੇ ਜਾ ਕੇ। ਅਤੇ ਇਹਨਾਂ ਨੇ ਅੱਗੇ ਜੀ ਲਾਵਾਂ ਦੀ ਰਚਨਾ ਕਰੀ ਹੈ। ਲਾਵਾਂ ਕਿੰਨੀਆਂ ਨੇ ਜੀ? 4। ਅਤੇ ਇਹਨਾਂ ਦੀ ਰਾਗ ਹੈਗੀ ਹੈ ਜੀ ਸੂਹੀ। ਅੱਗੇ ਹੈ ਜੀ ਕਹਿਰਲੇ। ਕਹਿਰਲੇ 2 ਸ਼ਬਦ ਨੇ ਜੀ, ਇਹਨਾਂ ਨੇ ਉਹਨਾਂ ਦੇ ਵਿੱਚ ਕਹਿਰਲਿਆਂ ਦੇ ਵਿੱਚ 2 ਸ਼ਬਦ ਲਿਖਿਆ। ਇਹਦੀ ਰਾਗ ਹੈਗੇ ਜੀ ਗੌੜੀ ਪੂਰਵੀ। ਇਹਦੇ ਵਿੱਚ ਕੀ ਹੁੰਦਾ ਜੀ? ਇਹਦੇ ਵਿੱਚ ਹੈਗਾ ਸਤਿਗੁਰੂ ਦੀ ਸ਼ਰਨ ਵਿੱਚ ਜਾਣ ਦਾ ਉਪਦੇਸ਼ ਦਿੱਤਾ ਗਿਆ। ਅਤੇ ਕਹਿਰਲੇ ਦਾ ਜਿਹੜਾ ਮਤਲਬ ਹੁੰਦਾ ਵੈਸੇ, ਇੱਕ ਹੁੰਦਾ ਕਿ ਹੱਲਾਸ਼ੇਰੀ ਦੇਣਾ। ਠੀਕ ਹੈ, ਹੱਲਾਸ਼ੇਰੀ ਦੇ ਦਿੱਤੀ ਗਈ ਹੈ ਇਹਦੇ 'ਚ, ਗੁਰੂ ਦੀ ਸ਼ਰਨ ਵਿੱਚ ਜਾਣ ਲਈ ਇੱਕ ਉਪਦੇਸ਼ ਦਿੱਤਾ ਗਿਆ। ਅਤੇ ਇਹਨਾਂ ਨੇ ਜੀ ਟੋਟਲ 8 ਵਾਰਾਂ ਦੀ ਰਚਨਾ ਕੀਤੀ ਹੈ। ਠੀਕ ਹੈ ਜੀ। ਅਤੇ 29 ਰਾਗਾਂ ਦੀ ਟੋਟਲ ਇਹਨਾਂ ਨੇ ਰਚਨਾ, 29 ਰਾਗਾਂ ਵਿੱਚ ਰਚਨਾ ਕੀਤੀ ਹੈ ਟੋਟਲ। 31 ਵਿੱਚੋਂ ਇਹਨਾਂ ਨੇ 29 ਰਾਗ ਵਰਤੇ ਆ। ਠੀਕ ਹੈ ਜੀ। ਜੇ ਅਤੇ ਇਹਨਾਂ ਦੀਆਂ ਰਚਨਾਵਾਂ ਬਾਰੇ ਆਪਾਂ ਥੋੜ੍ਹਾ ਜਿਹਾ ਚਾਨਣਾ ਪਾ ਲੈਂਦੇ ਹਾਂ। 6 ਇਹਨਾਂ ਨੇ ਛੱਤ ਲਿਖਿਆ ਜੀ ਆਸਾ ਰਾਗ ਵਿੱਚ। ਇੱਕ ਬਣਜਾਰਾ ਲਿਖਿਆ। ਬਣਜਾਰੇ ਦਾ ਮਤਲਬ ਹੁੰਦਾ ਜੀ ਵਪਾਰ ਕਰਨ ਵਾਲਾ। ਇੱਕ ਪਹਿਰਾ ਲਿਖਿਆ। ਪਹਿਰਾ ਤੁਹਾਨੂੰ ਉਹ ਵੀ ਦੱਸਿਆ, ਜਿਹੜੇ ਦਿਨ ਨੂੰ ਭਾਗਾਂ ਵਿੱਚ ਵੰਡ ਲਿਆ ਜਾਂਦਾ। ਅਤੇ 56 ਇਹਨਾਂ ਨੇ 2 ਪਦੇ ਲਿਖੇ ਆ। 6 ਇਹਨਾਂ ਨੇ 30 ਪਦੇ ਲਿਖੇ ਆ। 173 ਚੌਪਦੇ ਲਿਖੇ ਆ। 12 5 ਪਦੇ ਲਿਖੇ ਆ। ਅਤੇ 5 6 ਪਦੇ ਲਿਖੇ ਆ। ਠੀਕ ਹੈ ਜੀ। ਅੱਗੇ ਹੈ ਜੀ ਇਹਨਾਂ ਦੇ 12 ਪੜਤਾਲ 2 ਪਦੇ, 1 ਪੜਤਾਲ ਚੌਪਦਾ, 2 ਕਾਫੀਆਂ ਚੌਪਦੇ, 46 ਅਸ਼ਟਪਦੀਆਂ, 2 ਸੋਹਲੇ, 30 ਸਲੋਕ ਵਾਰਾਂ ਅਤੇ ਵਧੀਕ ਦੇ ਵਿੱਚ, 105 ਵਾਰਾਂ ਨਾਲ ਸੰਬੰਧਿਤ ਸਲੋਕ, ਛੰਤ ਨਾਲ ਸੰਬੰਧਿਤ ਸਲੋਕ। ਇਹਨਾਂ ਨੇ ਜਿਹੜੀ ਟੋਟਲ ਇਹਨਾਂ ਦੀ ਰਚਨਾ ਆ। ਅਤੇ ਇਹਨਾਂ ਦੇ ਨਾਲ ਨਾਲ ਜਿਹੜੀ ਮੇਨ ਇਹਨਾਂ ਦੀ ਗੱਲ ਤੁਹਾਨੂੰ ਯਾਦ ਰੱਖਣ ਵਾਲੀ ਹੈ ਕਿ ਵਾਰਾਂ, ਸਭ ਤੋਂ ਵੱਧ ਜਿਹੜੀਆਂ ਵਾਰਾਂ ਨੇ ਉਹ ਗੁਰੂ ਰਾਮਦਾਸ ਜੀ ਨੇ ਕੀਤੀਆਂ ਨੇ ਜੀ। ਟੋਟਲ ਇਹਨਾਂ ਦੀ ਗਿਣਤੀ ਹੈ 8 ਵਾਰਾਂ। ਠੀਕ ਹੈ ਜੀ। ਇਹ ਅਧਿਆਤਮਿਕ ਵਾਰਾਂ ਨੇ ਸਾਰੀਆਂ, ਜਿਹੜੀਆਂ ਗੁਰੂ ਸਾਹਿਬਾਨਾਂ ਵੱਲੋਂ ਰਚਨਾ ਕੀਤੀ ਗਈ ਹੈ। ਅੱਗੇ ਆਪਣੇ ਗੁਰੂ ਜੀ ਹਨ ਜੀ ਗੁਰੂ ਅਰਜਨ ਦੇਵ ਜੀ। ਇਹਨਾਂ ਦਾ ਜਿਹੜਾ ਜੀਵਨ ਕਾਲ ਹੈ ਜੀ, ਉਹ ਹੈ ਜੀ 1563 ਤੋਂ ਲੈ ਕੇ 1606 ਈਸਵੀ ਵਿੱਚ। ਅਤੇ ਇਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਵੀ ਕਿਹਾ ਜਾਂਦਾ ਹੈ ਜੀ। ਸ਼ਹੀਦੀਆਂ ਦਾ ਜਿਹੜਾ ਸਿੱਖ ਕੌਮ ਜਾਂ ਸਿੱਖ ਧਰਮ ਵਿੱਚ ਸ਼ੁਰੂਆਤ ਹੋਈ ਆ, ਉਹ ਗੁਰੂ ਅਰਜਨ ਦੇਵ ਜੀ ਤੋਂ ਹੀ ਹੋਈ ਹੈ ਜੀ। ਅਤੇ ਇਹਨਾਂ ਦੀਆਂ ਰਚਨਾਵਾਂ ਬਾਰੇ ਆਪਾਂ ਗੱਲ ਕਰਾਂਗੇ। ਇਹਨਾਂ ਦੀ ਜਿਹੜੀ ਸ਼ਾਹਕਾਰ ਰਚਨਾ ਉਹ ਹੈ ਜੀ ਸੁਖਮਨੀ ਸਾਹਿਬ, ਜਿਹਨੂੰ ਸੁੱਖਾਂ ਦੀ ਮਣੀ ਵੀ ਕਿਹਾ ਜਾਂਦਾ ਜੀ। ਇਹਦੇ ਵਿੱਚ ਇਹਨਾਂ ਨੇ 24 ਅਸ਼ਟਪਦੀਆਂ ਸ਼ਾਮਿਲ ਕੀਤੀਆਂ। ਅਤੇ ਹਰ ਅਸ਼ਟਪਦੀ ਦੇ ਵਿੱਚ ਪੌੜੀ ਆ। ਠੀਕ ਹੈ ਜੀ। 8 ਪੌੜੀਆਂ ਨੇ। ਅਤੇ ਹਰ ਪੌੜੀ ਹੈ ਜਿਹੜੀ ਉਹ 10 ਤੁਕਾਂ ਦੀ ਹੈ। ਅਤੇ ਜਿਹੜੀ ਇਹਦੇ ਵਿੱਚ ਰਾਗ ਦੀ ਵਰਤੋਂ ਕੀਤੀ ਗਈ ਹੈ ਉਹ ਹੈ ਜੀ ਗੌੜੀ ਰਾਗ। ਠੀਕ ਹੈ ਜੀ। ਜਿਹੜੀ ਇਹਦੇ ਵਿੱਚ ਆਪਣਾ ਸੁਖਮਨੀ ਸਾਹਿਬ ਦੇ ਵਿੱਚ ਤੁਕਾਂ ਨੇ, ਕੁੱਲ ਤੁਕਾਂ ਹੈਗੀਆਂ ਜੀ 1977। ਅਤੇ 262 ਤੋਂ ਲੈ ਕੇ 296 ਅੰਗ ਤੱਕ ਸੁਖਮਨੀ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਦਰਜ ਕੀਤੀ ਗਈ ਹੈ। ਠੀਕ ਹੈ ਜੀ। ਅੱਗੇ ਇਹਨਾਂ ਨੇ ਜਿਹੜਾ 12ਵਾਂ, ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀਡੀਓ ਦੇ ਉੱਤੇ ਕਿ 2 12ਵਾਂ ਲਿਖੇ ਗਏ ਆ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਦਰਜ ਹੈ। ਇੱਕ ਤਾਂ ਹੈ ਜੀ 12ਵਾਂ ਤੁਖਾਰੀ ਗੁਰੂ ਨਾਨਕ ਦੇਵ ਜੀ ਦਾ, ਅਤੇ ਦੂਸਰਾ 12ਵਾਂ ਇੱਥੇ ਆਪਾਂ ਨੂੰ ਆਇਆ ਵਾ, ਇਹ ਹੈਗਾ ਜੀ 12ਵਾਂ ਮਾਝ ਰਾਗ ਵਿੱਚ ਹੈ। ਅਤੇ ਇਹਦੇ ਟੋਟਲ ਜਿਹੜੇ ਬੰਦ ਨੇ ਉਹ ਹੈਗੇ ਜੀ 14। ਅਤੇ ਗੁਰੂ ਜੀ ਨੇ ਕੁੱਲ 30 ਰਾਗਾਂ ਦੇ ਵਿੱਚ ਰਚਨਾ ਕੀਤੀ ਹੈ। 31 ਕੁੱਲ ਨੇ, ਅਤੇ ਉਹਨਾਂ ਵਿੱਚੋਂ 30 ਰਾਗਾਂ ਦੇ ਵਿੱਚ ਗੁਰੂ ਜੀ ਨੇ ਰਚਨਾ ਕੀਤੀ। ਜਿਹੜੀ ਜੈਜਾਵੰਤੀ ਰਾਗ ਹੈ ਜੀ, ਉਹਦਾ ਪ੍ਰਯੋਗ ਗੁਰੂ ਜੀ ਨੇ ਨਹੀਂ ਕੀਤਾ। ਅਤੇ ਅੱਗੇ ਹੈ ਜੀ ਇਹਨਾਂ ਨੇ ਜਿਹੜੀਆਂ ਵਾਰਾਂ ਨੇ, 6 ਵਾਰਾਂ ਦੀ ਅਧਿਆਤਮਿਕ ਵਾਰਾਂ ਨੇ ਜਿਹੜੀ ਉਹਨਾਂ ਦੀ ਰਚਨਾ ਕੀਤੀ ਹੈ, ਉਹ ਹੈਗੀ ਹੈ ਜੀ ਗੌੜੀ, ਗੁਜਰੀ, ਜੈਸਰੀ, ਰਾਮਕਲੀ, ਮਾਰੂ ਅਤੇ ਬਸੰਤ। ਜਿਹੜੀ ਬਸੰਤ ਹੈ ਜੀ ਉਹ ਸਭ ਤੋਂ ਛੋਟੀ ਰਾਗ ਹੈ। ਠੀਕ ਹੈ ਜੀ। ਅੱਗੇ ਜਿਹੜੇ ਇਹਨਾਂ ਦੇ ਇੱਕ ਹੋਰ ਜਿਹੜਾ ਕੁਐਸਚਨ ਮਹੱਤਵਪੂਰਨ ਬਣਦਾ ਇਹਨਾਂ ਤੋਂ, ਕਿ ਇਹਨਾਂ ਨੇ ਟੋਟਲ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ ਸ਼ਬਦ ਦਰਜ ਨੇ ਉਹ ਕਿੰਨੇ ਆ? ਉਹ ਹੈਗੇ ਆ ਜੀ 2216 ਸ਼ਬਦ ਇਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਜਿਹੜਾ ਇਹਨਾਂ ਦਾ 12ਵਾਂ ਮਾਝ ਹੈ ਜੀ, ਉਹ ਹੈ ਜੀ ਕਿਹੜੇ ਅੰਗ ਤੱਕ ਸ਼ਾਮਿਲ ਆ? ਉਹ ਹੈ 133 ਤੋਂ ਲੈ ਕੇ 136 ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਹੈ ਉਹਨਾਂ ਦੇ ਵਿੱਚ ਸ਼ਾਮਿਲ ਹੈ। ਠੀਕ ਹੈ ਜੀ। ਅੱਗੇ ਇਹਨਾਂ ਨੇ ਦੇਖੋ ਜੀ ਜਿਹੜੀ ਇੱਕ ਦਸਵੰਧ ਪ੍ਰਥਾ ਜਿਹੜੀ ਅੱਜ ਵੀ ਚੱਲ ਰਹੀ ਹੈ, ਉਸੇ ਤਰ੍ਹਾਂ ਇਹ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕਰਵਾਈ ਸੀ। ਠੀਕ ਹੈ ਜੀ। ਅਤੇ ਇਹਨਾਂ ਦੀਆਂ ਜਿਹੜੀਆਂ ਹੋਰ ਕੁਝ ਰਚਨਾਵਾਂ ਨੇ ਆਪਾਂ ਉਹਨਾਂ ਬਾਰੇ ਗੱਲ ਕਰ ਲੈਂਦੇ ਹਾਂ। ਥਿੱਥੀ ਦੀ ਰਚਨਾ ਕੀਤੀ ਆ, ਬਿਹਰੜਿਆਂ ਦੀ ਰਚਨਾ ਕਰੀ ਆ, 1422 ਤੁਕਾਂ ਨੇ ਟੋਟਲ। ਅੰਜਲੀਆਂ ਦੀ ਰਚਨਾ ਕਰੀ ਆ। ਅੰਜਲੀਆਂ ਦਾ ਮਤਲਬ ਕੀ ਹੁੰਦਾ ਜੀ? ਹੱਥ ਜੋੜ ਕੇ ਬੇਨਤੀ ਕਰਨਾ। ਠੀਕ ਹੈ ਜੀ। ਅੱਗੇ ਸੋਹਲਿਆਂ ਦੀ ਰਚਨਾ ਕਰੀ ਆ, ਸਲੋਕ ਸਹਿਸਕ੍ਰਿਤੀ,
ਗਾਥਾ ਫੁਹਨੇ ਸ਼ਬਦ ਮਾਰੂ ਦੱਖਣੇ ਚੋ ਬੋਲੇ ਸਵਈਏ ਸਲੋਕ 12 ਤੋਂ ਵਧੇਕ ਥਿਤੀ ਗੌੜੀ ਰਾਗ ਵਿੱਚ ਗੁਣਵੰਤੀ ਅਤੇ ਰੁੱਤੀ ਆਦਿ ਰਚਨਾਵਾਂ ਗੁਰੂ ਜੀ ਦੀਆਂ ਮਹੱਤਵਪੂਰਨ ਰਚਨਾਵਾਂ ਨੇ। ਹਾਂਜੀ, ਅੱਗੇ ਹੈ ਜੀ ਗੁਰੂ ਤੇਗ ਬਹਾਦਰ ਜੀ। ਇਹ ਦੇਖੋ, ਇਹ ਸਿਲੇਬਸ ਮੈਂ ਉਹੀ ਲਿਆ ਹੋਇਆ ਜੀ ਜਿਹੜਾ ਆਪਾਂ ਨੂੰ ਮਾਸਟਰ ਕੈਡਰ ਦੇ ਨਾਲ ਸੰਬੰਧਿਤ ਹੈ, ਪਰ ਇਹ ਦਾ ਜਿਹੜਾ ਲੈਵਲ ਹੈ ਉਹ ਲਗਭਗ UGC ਨੈੱਟ ਵਾਲਾ ਆ। ਤੁਸੀਂ ਇਸ ਕਰਕੇ ਕੋਈ ਘਬਰਾਉਣਾ ਨਹੀਂ ਗਾ, ਜ਼ਿਆਦਾਤਰ ਹਰ ਪ੍ਰਕਾਰ ਦੀ ਜਾਣਕਾਰੀ ਇਹਦੇ ਵਿੱਚ ਆਪਾਂ ਸ਼ਾਮਿਲ ਕਰ ਲਈ ਹੈ। ਅਤੇ ਜਿਹਦੇ ਵਿੱਚ ਜੀ ਸਭ ਤੋਂ ਪਹਿਲਾਂ ਆਪਾਂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਜੀਵਨ ਕਾਲ ਆ ਉਹ ਕਰ ਲੈਂਦੇ। ਇੱਥੇ ਮਿਸ ਹੋ ਗਿਆ ਜੀ, ਪਰ ਤੁਸੀਂ ਆਪਣਾ ਕਾਪੀਆਂ 'ਤੇ ਨੋਟ ਕਰ ਲਓ। ਉਹ ਹੈ ਜੀ 1621 ਤੋਂ ਲੈ ਕੇ 1675 ਈਸਵੀ ਤੱਕ। ਠੀਕ ਹੈ ਜੀ। ਜਿਹੜੀ ਇਹਨਾਂ ਦੀਆਂ ਰਚਨਾਵਾਂ ਨੇ ਉਹ ਹੈਗੀਆਂ ਜੀ 59 ਇਹਨਾਂ ਦੇ ਸ਼ਬਦ ਨੇ, ਰਾਗਾਂ ਵਿੱਚ ਨੇ ਉਹ ਜੀ, ਅਤੇ 57 ਇਹਨਾਂ ਦੇ ਸਲੋਕ ਨੇ ਜੋ ਰਾਗਾਂ ਤੋਂ ਬਾਹਰ ਨੇ। ਇੱਕ ਇਹਨਾਂ ਦਾ ਦੋਹਰਾ ਵੀ ਹੈ ਜੀ। ਠੀਕ ਹੈ ਜੀ। ਅਤੇ ਇਹਨਾਂ ਨੇ ਜਿਹੜੀਆਂ 31 ਰਾਗ ਨੇ ਉਹਨਾਂ ਦੇ ਵਿੱਚੋਂ 15 ਰਾਗਾਂ ਵਿੱਚ ਰਚਨਾ ਕੀਤੀ ਹੈ। ਠੀਕ ਹੈ ਜੀ। ਅਤੇ ਇਹਨਾਂ ਬਾਰੇ ਕੁਝ ਕੁ ਤੁਹਾਨੂੰ ਹੋਰ ਮੈਂ ਗੱਲਾਂ ਇੱਥੇ ਸਾਂਝੀਆਂ ਕਰਨਾ ਚਾਹੁੰਦਾ ਹਾਂ। ਇਹਨਾਂ ਦੀ ਜਿਹੜੀ ਰਚਨਾ ਆ ਜੀ ਉਹਦਾ ਕਈ ਵਾਰੀ ਪੁੱਛ ਲਿਆ ਜਾਂਦੇ ਆ ਕਿ ਉਹਦੀ ਸੁਰ ਕਿਸ ਤਰ੍ਹਾਂ ਦੀ ਆ। ਉਹ ਹੈਗੀ ਆ ਜੀ ਬੈਰਾਗਮਈ ਸੁਰ ਆ ਇਹਨਾਂ ਦੀ ਜਿਹੜੀ ਸਾਰੀ ਰਚਨਾ ਆ। ਅਤੇ ਇਸ ਤੋਂ ਬਿਨਾਂ ਜੀ ਕੁਝ ਕੁ ਹੋਰ ਜਿਹੜੇ ਇਤਿਹਾਸਕ ਗੱਲਾਂ ਨੇ ਕਿ ਜਦ ਇਹਨਾਂ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ, ਉਦੋਂ ਇਹਨਾਂ ਦਾ ਸੀਸ ਲੈ ਕੇ ਭਾਈ ਜੈਤਾ ਜੀ ਪਹੁੰਚੇ ਸੀ ਗੁਰੂ ਗੋਬਿੰਦ ਸਿੰਘ ਜੀ ਕੋਲ ਅਨੰਦਪੁਰ ਸਾਹਿਬ, ਅਤੇ ਜੈਤਾ ਜੀ ਨੂੰ ਉਪਾਧੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟਾ ਗੁਰੂ ਕਾ ਬੇਟਾ। ਠੀਕ ਹੈ ਜੀ। ਅਤੇ ਇਸ ਤੋਂ ਬਿਨਾਂ ਇੱਕ ਹੋਰ ਪਾਤਰ ਕਾਫੀ ਮਹੱਤਵਪੂਰਨ ਨੇ ਜੀ, ਜਿਨ੍ਹਾਂ ਬਾਰੇ ਤੁਹਾਨੂੰ ਦੱਸਦੇ ਹਾਂ। ਲੱਖੀ ਸ਼ਾਹ ਬਣਜਾਰਾ। ਠੀਕ ਹੈ ਜੀ। ਉਹਨਾਂ ਨੇ ਇਹਨਾਂ ਦਾ ਜਿਹੜਾ ਧੜ ਸੀਗਾ ਉਹਦਾ ਸੰਸਕਾਰ ਕੀਤਾ ਸੀ ਆਪਣੇ ਘਰ ਵਿਖੇ, ਆਪਣੇ ਘਰ ਨੂੰ ਅੱਗ ਲਗਾ ਕੇ, ਜਿਹੜਾ ਰੂਮ ਦਾ ਵਪਾਰ ਕਰਦੇ ਸੀਗੇ ਉਹ। ਅਤੇ ਉੱਥੇ ਅੱਜ ਕੱਲ੍ਹ ਰਕਾਬਗੰਜ ਜਿਹੜਾ ਗੁਰਦੁਆਰਾ ਉਹ ਬਣਿਆ ਹੋਇਆ। ਠੀਕ ਹੈ ਜੀ। ਅਗਰ ਤੁਹਾਡਾ ਟਾਈਮ ਲੱਗਦਾ ਨਹੀਂ ਦੇਖ ਕੇ ਆਏ ਤਾਂ ਦਿੱਲੀ ਜਾ ਕੇ ਜ਼ਰੂਰ ਇੱਕ ਵਾਰ ਜਾ ਕੇ ਆਉਣਾ। ਠੀਕ ਹੈ ਜੀ। ਅਤੇ ਗੁਰੂ ਜੀ ਨੂੰ ਕੁਝ ਉਪਾਧੀਆਂ ਮਿਲੀਆਂ ਹੋਈਆਂ, ਉਹ ਹੈਗੀਆਂ ਨੇ ਜੀ ਜਿਹੜੇ ਨਾਮਾਂ ਨਾਲ ਫੇਮਸ ਨੇ। ਉਹ ਹੈਗੇ ਜੀ, ਇੱਕ ਤਾਂ ਹਿੰਦ ਦੀ ਚਾਦਰ, ਇੱਕ ਸ਼ਹੀਦਾਂ ਦੇ ਸਰਤਾਜ ਗੁਰੂ ਜੀ ਨੂੰ ਕਿਹਾ ਜਾਂਦਾ। ਠੀਕ ਹੈ ਜੀ। ਅਤੇ ਹੁਣ ਇਸ ਤੋਂ ਅੱਗੇ ਆਪਾਂ ਕਰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜੀਵਨ ਕਾਲ ਹੈ ਜੀ ਉਹ ਹੈਗਾ 1666 ਤੋਂ ਲੈ ਕੇ 1708 ਈਸਵੀ ਤੱਕ। ਠੀਕ ਹੈ ਜੀ। ਅਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਇਹ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਸਭ ਤੋਂ ਮਹੱਤਵਪੂਰਨ ਜਿਹੜੀ ਘਟਨਾ ਹੈ ਲਾਈਫ ਦੀ, ਕਿ ਖਾਲਸਾ ਪੰਥ ਦੀ ਸਿਰਜਣਾ ਕਰਨੀ। ਠੀਕ ਹੈ ਜੀ। ਇਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕਦ ਕਰੀ ਆ? 1699 ਈਸਵੀ ਵਿੱਚ। ਠੀਕ ਹੈ ਜੀ। 1699 ਈਸਵੀ ਵਿੱਚ ਇਹਨਾਂ ਨੇ ਖਾਲਸਾ ਪੰਥ ਦੀ ਸਿਰਜਣਾ ਕਰੀ ਆ, ਜੋ ਸਿੱਖ ਇਤਿਹਾਸ ਜਾਂ ਸਿੱਖ ਪਰੰਪਰਾ ਸੀ ਜਾਂ ਸਿੱਖ ਧਰਮ ਵਿੱਚ ਸਭ ਤੋਂ ਮਹੱਤਵਪੂਰਨ ਘਟਨਾ ਸੀ। ਇੱਕ ਤੁਹਾਡਾ ਪੁਆਇੰਟ ਜਿਹੜਾ ਮਿਸ ਹੋ ਗਿਆ ਸੀ ਪਹਿਲਾਂ ਜੀ, ਇੱਕ ਹੈਗਾ ਜੀ ਆਦਿ ਗ੍ਰੰਥ ਦੀ ਸੰਪਾਦਨਾ ਕਿਹਨੇ ਕੀਤੀ ਹੈ। ਇਹ ਚੀਜ਼ ਨੂੰ ਧਿਆਨ ਨਾਲ ਨੋਟ ਕਰ ਲਓ। ਆਦਿ ਗ੍ਰੰਥ ਗੁਰੂ ਗ੍ਰੰਥ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਵਾਲੇ ਉਪਾਧੀ ਮਿਲੀ ਹੈ ਗੁਰੂ ਗ੍ਰੰਥ ਸਾਹਿਬ ਨੂੰ। ਪਹਿਲਾਂ ਇਹਨਾਂ ਨੂੰ ਆਦਿ ਗ੍ਰੰਥ ਕਿਹਾ ਜਾਂਦਾ ਸੀਗਾ ਜੀ ਗੁਰੂ ਗ੍ਰੰਥ ਸਾਹਿਬ ਨੂੰ। ਠੀਕ ਹੈ। ਅਤੇ ਇਹਨਾਂ ਦਾ ਕੰਮ ਕਿਹਨਾਂ ਨੇ ਕਰਵਾਇਆ ਸੀਗਾ ਜੀ? ਗੁਰੂ ਅਰਜਨ ਦੇਵ ਜੀ ਨੇ। ਠੀਕ ਹੈ ਜੀ। ਇੱਥੇ ਆਉਣੀ ਚਾਹੀਦੀ ਹੈ ਇਹ ਚੀਜ਼। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਜਿਹੜਾ ਮੁੱਢਲਾ ਕਾਰਜ ਸੀਗਾ 1604 ਈਸਵੀ ਵਿੱਚ ਕਰਵਾਇਆ ਸੀ, ਅਤੇ ਜਿਹੜਾ ਲਿਖਤ ਦਾ ਕੰਮ ਸੀਗਾ ਜੀ ਉਹ ਕਰਿਆ ਸੀਗਾ ਭਾਈ ਗੁਰਦਾਸ ਜੀ ਨੇ। ਠੀਕ ਹੈ ਜੀ। ਇਹ ਚੀਜ਼ ਮਿਸ ਹੋ ਗਈ ਸੀ ਇੱਕ, ਤੁਸੀਂ ਇਹਨੂੰ ਨੋਟ ਕਰ ਲੈਣਾ ਚੰਗੀ ਤਰੀਕੇ ਨਾਲ, ਕਿਉਂਕਿ ਪੁੱਛ ਲੈਂਦੇ ਕਈ ਵਾਰੀ ਕਿ ਆਦਿ ਗ੍ਰੰਥ ਦੀ ਸੰਪਾਦਨਾ ਦਾ ਕੰਮ ਕਦੋਂ ਹੋਇਆ। ਤੁਸੀਂ ਉੱਥੇ 1699 ਲਗਾ ਦਿਓ, ਨਹੀਂ ਜੀ। ਆਦਿ ਗ੍ਰੰਥ ਦਾ ਜਿਹੜਾ ਸੰਪਾਦਨਾ ਦਾ ਕੰਮ ਹੈ ਉਹ ਹੋਇਆ ਜੀ 1604 ਈਸਵੀ ਵਿੱਚ। ਠੀਕ ਹੈ ਜੀ। ਅੱਗੇ ਹੁਣ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਕਰ ਰਹੇ ਹਾਂ। ਇਹਨਾਂ ਦੀ ਸਭ ਤੋਂ ਅੱਗੇ ਹੈ ਖਾਲਸਾ ਪੰਥ ਦੀ ਸਿਰਜਣਾ ਕਰਨ ਤੋਂ ਬਿਨਾਂ ਇੱਕ ਹੋਰ ਇਹਨਾਂ ਦਾ ਮਹੱਤਵਪੂਰਨ ਕੰਮ ਹੈ ਜੀ, ਜਿਹੜੀ ਮਸੰਦ ਪ੍ਰਥਾ ਚੱਲ ਰਹੀ ਸੀ ਉਹਨੂੰ ਗੁਰੂ ਜੀ ਨੇ ਖ਼ਤਮ ਕਰ ਦਿੱਤਾ। ਠੀਕ ਹੈ ਜੀ। ਕਿਉਂਕਿ ਮਸੰਦਾਂ ਵਿੱਚ ਕੁਝ ਕਰਪਸ਼ਨ ਤਰ੍ਹਾਂ ਕੁਝ ਬੁਰਾਈਆਂ ਆ ਗਈਆਂ ਸੀ, ਇਸ ਕਰਕੇ ਇਹਨਾਂ ਨੇ ਮਸੰਦ ਪ੍ਰਥਾ ਖ਼ਤਮ ਕਰ ਦਿੱਤੀ ਸੀ। ਅਤੇ ਇਸ ਤੋਂ ਬਿਨਾਂ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਜੀ। ਇੱਕ ਹੈ ਜੀ ਜਾਪ ਸਾਹਿਬ। ਇਹਦੇ ਵਿੱਚ ਜੀ 199 ਬੰਦ ਨੇ ਅਤੇ 22 ਛੰਦਾਂ ਦਾ ਪ੍ਰਯੋਗ ਕੀਤਾ ਗਿਆ। ਅੱਗੇ ਹੈ ਜੀ ਅਕਾਲ ਉਸਤਤ। ਅਕਾਲ ਉਸਤਤ ਦੇ ਵਿੱਚ ਜੀ ਅਕਾਲ ਪੁਰਖ ਹੈ ਜਿਹੜੀ ਉਹਦੀ ਮਹਿਮਾ ਦਾ ਜ਼ਿਕਰ ਕੀਤਾ ਗਿਆ। ਅੱਗੇ ਸ਼ਬਦ ਅਤੇ ਸਵਈਆਂ ਵਿੱਚ ਰਚਨਾ ਕੀਤੀ ਹੈ। ਅੱਗੇ ਇਹਨਾਂ ਨੇ ਵਿਚਿੱਤਰ ਨਾਟਕ ਦੀ ਵੀ ਰਚਨਾ ਕੀਤੀ ਹੈ, ਜੋ ਇਹਨਾਂ ਦੀ ਸਵੈ ਜੀਵਨੀ ਕਹੀ ਜਾ ਸਕਦੀ ਹੈ ਜੀ। ਅਤੇ ਇਹਦੇ 14 ਅਧਿਆਏ ਨੇ ਅਤੇ ਇਸ ਦੇ ਵਿੱਚ 471 ਛੰਦਾਂ ਦੀ ਵਰਤੋਂ ਕੀਤੀ ਗਈ ਹੈ। ਠੀਕ ਹੈ ਜੀ। ਅੱਗੇ ਇਹਨਾਂ ਦਾ ਰਚਨਾ ਹੈ ਜੀ ਜਫਰਨਾਮਾ, ਜੋ ਫਾਰਸੀ ਵਿੱਚ ਹੈ। ਮਹੱਤਵਪੂਰਨ ਰਚਨਾ ਕਾਫੀ ਜੀ ਇਹ, ਔਰੰਗਜ਼ੇਬ ਨੂੰ ਲਿਖੀ ਸੀ ਇਹਨਾਂ ਨੇ। ਅੱਗੇ ਹੈ ਜੀ ਬ੍ਰਹਮ ਅਵਤਾਰ, ਰੁਦਰ ਅਵਤਾਰ, ਨਾਮਮਾਲਾ, ਇਹਨਾਂ ਦੀਆਂ ਕਾਫੀ ਪ੍ਰਸਿੱਧ ਰਚਨਾਵਾਂ ਨੇ। ਉਸ ਤੋਂ ਬਿਨਾਂ ਹੈ ਜੀ ਜਿਹੜੀ ਪੰਜਾਬੀ ਵਿੱਚ ਰਚਨਾ ਇਹਨਾਂ ਦੀ, ਪੰਜਾਬੀ ਵਿੱਚ ਚੰਡੀ ਦੀ ਵਾਰ ਹੈ ਜੀ,
ਜਿਹਦੀਆਂ ਟੋਟਲ 54 ਪੌੜੀਆਂ ਨੇ ਤੇ ਇੱਕ ਦੋਹਰਾ। ਠੀਕ ਹੈ ਜੀ। ਇਹਦਾ ਆਧਾਰ ਕੀ ਹੈ ਜੀ? ਮਾਰਕੰਡੇ ਪੁਰਾਣ ਹੈ ਜੀ। ਅਤੇ ਜਿਹੜਾ ਇਹਦਾ ਮੰਗਲਾਚਰਨ ਹੈ ਉਸ ਆਰੰਭ ਵਿੱਚ ਆਉਂਦਾ ਅਤੇ ਅੰਤ ਦੇ ਵਿੱਚ ਮਹਾਤਮ ਆਉਂਦਾ। ਅਤੇ ਮੰਗਲਾਚਰਨ ਦੀਆਂ ਮੈਂ ਲਾਈਨਾਂ ਤੁਹਾਨੂੰ ਲਿਖਾ ਦੇਣਾ, ਤੁਸੀਂ ਆਪਣਾ ਪੈਨ ਅਤੇ ਕਾਪੀ ਲੈ ਕੇ ਨੋਟ ਕਰ ਲਓ। ਖੰਡਾ ਪ੍ਰਥਮੇ ਸਿਰਜਕੈ ਸਭ ਜਨ ਸੰਸਾਰ ਉਪਜਿਆ। ਠੀਕ ਹੈ ਜੀ। ਇਹ ਹੈ ਜੀ ਮੰਗਲਾਚਰਨ। ਅੱਗੇ ਹੈ ਜੀ ਮਹਾਤਮ ਹੈਗਾ ਜਿਹੜਾ ਉਹ ਹੈਗਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ। ਠੀਕ ਹੈ ਜੀ। ਇਹ ਹੈ ਜੀ ਆਪਣਾ ਮਹਾਤਮ ਚੰਡੀ ਦੇ ਵਾਰ ਦਾ। ਅਤੇ ਜਿਹੜੀ ਇਹਨਾਂ ਦੇ ਵਿੱਚ ਦੇਖੋ ਜੀ ਨਿਸ਼ਾਨੀ ਛੰਦ ਦੇ ਨਾਲ ਨਾਲ ਇਹਦੇ ਵਿੱਚ ਸਰਕੰਡੀ ਛੰਦ ਦੀ ਵੀ ਵਰਤੋਂ ਕੀਤੀ ਗਈ ਹੈ। ਅਤੇ ਇਹਨਾਂ ਦੀਆਂ ਜਿਹੜੀਆਂ ਪੰਜਾਬੀ ਵਿੱਚ ਰਚਨਾਵਾਂ ਮੈਂ ਤੁਹਾਨੂੰ ਦੱਸ ਚੁੱਕਿਆ, ਇੱਕ ਤਾਂ ਚੰਡੀ ਦੀ ਵਾਰ ਹੈ ਅਤੇ ਦੂਸਰੀ ਹੈ ਜੀ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਹੈ ਜਿਹੜਾ ਇਹਨਾਂ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਰਚਨਾ ਕੀਤੀ ਹੈ। ਅਤੇ ਜਿਹੜਾ ਦੇਖੋ ਆਪਣਾ ਖਾਲਸਾ ਪੰਥ ਦੀ ਸਿਰਜਣਾ ਹੋਈ ਆ ਉਸ ਦੇ ਵਿੱਚ ਇੱਕ ਹੋਰ ਕੁਐਸਚਨ ਬਣ ਕੇ ਆ ਜਾਂਦਾ ਕਿ 5 ਪਿਆਰਿਆਂ ਦੇ ਨਾਮ ਦੱਸੋ। ਕਈ ਵਾਰੀ ਨਹੀਂ ਪਤਾ ਹੁੰਦਾ ਸਟੂਡੈਂਟ ਨੂੰ, ਕਈ ਵਾਰੀ ਉਹਦੇ ਵਿੱਚ ਉਹ ਕੋਈ ਹੋਰ ਆਪਸ਼ਨ ਪਾ ਦਿੰਦੇ ਆ। ਜੇ ਤੁਹਾਨੂੰ ਉਹਦੇ ਬਾਰੇ ਨਹੀਂ ਵੀ ਪਤਾ, ਆਪਾਂ ਇੱਕ ਵਾਰੀ ਇੱਥੇ ਡਿਸਕਸ ਕਰ ਲੈਂਦੇ ਹਾਂ 5 ਪਿਆਰਿਆਂ ਦੇ ਨਾਮ। ਪਹਿਲਾ ਹੈ ਜੀ ਭਾਈ ਦਇਆ ਸਿੰਘ ਜੀ, ਦੂਜੇ ਹੈ ਜੀ ਭਾਈ ਧਰਮ ਸਿੰਘ ਜੀ, ਤੀਸਰੇ ਹੈ ਜੀ ਭਾਈ ਹਿੰਮਤ ਸਿੰਘ ਜੀ, ਚੌਥੇ ਹੈ ਜੀ ਭਾਈ ਮੁਹਕਮ ਸਿੰਘ ਜੀ, ਅਤੇ ਪੰਜਵੇਂ ਹੈਗੇ ਜੀ ਭਾਈ ਸਾਹਿਬ ਸਿੰਘ ਜੀ। ਅਤੇ ਇਹਦੇ ਨਾਲ ਹੀ ਜੀ 5 ਕਕਾਰਾਂ ਵੀ ਗੁਰੂ ਜੀ ਨੇ ਬਖਸ਼ੀਆਂ ਨੇ। ਉਹ 5 ਕਕਾਰਾਂ ਕਿਹੜੀਆਂ ਹੈ ਜੀ? ਕੇਸ, ਕੜਾ, ਕੰਘਾ, ਕਿਰਪਾਨ ਅਤੇ ਕੱਛਾ, ਜਿਹਨੂੰ ਕਛਹਿਰਾ ਕਹਿੰਦੇ ਨੇ। ਠੀਕ ਹੈ ਜੀ। ਇਹ 5 ਕਕਾਰ ਨੇ। ਇਸ ਤੋਂ ਬਿਨਾਂ ਅਗਰ ਤੁਹਾਨੂੰ ਇੱਕ ਹੋਰ ਮਹੱਤਵਪੂਰਨ ਇਹਨਾਂ ਨਾਲ ਸੰਬੰਧਿਤ ਜਾਣਕਾਰੀ ਆ ਕਿ ਇਹਨਾਂ ਦੇ ਦਰਬਾਰ ਵਿੱਚ ਜਿਹੜੇ ਕਵੀ ਸੀਗੇ ਉਹਨਾਂ ਦੀ ਗਿਣਤੀ ਕਿੰਨੀ ਆ? ਉਹ ਹੈ ਜੀ 52 ਕਵੀ। ਠੀਕ ਹੈ ਜੀ। ਅਤੇ ਜ਼ਿਆਦਾਤਰ ਜਿਹੜੀ ਇਹਨਾਂ ਦੀਆਂ ਰਚਨਾਵਾਂ ਉਹਨਾਂ ਦੇ ਵਿੱਚ ਕਿਹੜੀ ਭਾਸ਼ਾ ਦਾ ਜੇ ਵਰਣਨ ਹੋਇਆ ਜਾਂ ਕਿਹੜੀ ਭਾਸ਼ਾ ਦੇ ਵਿੱਚ ਇਹਨਾਂ ਨੇ ਰਚਨਾ ਕੀਤੀ ਹੈ ਉਹ ਹੈ ਜੀ ਬ੍ਰਿਜ ਭਾਸ਼ਾ। ਠੀਕ ਹੈ ਜੀ। ਅੱਗੇ ਹੁਣ ਆਪਾਂ ਕਰਦੇ ਹਾਂ ਜੀ ਭਾਈ ਗੁਰਦਾਸ ਜੀ ਨਾਲ ਸੰਬੰਧਿਤ ਕੁਝ ਜਾਣਕਾਰੀ। ਭਾਈ ਗੁਰਦਾਸ ਦੀ ਵਿੱਚ ਜਿਹੜੀ ਉਹਨਾਂ ਦੀ ਮੇਨ ਮਹੱਤਵਪੂਰਨ ਜਿਹੜੇ ਉਹਨਾਂ ਦਾ ਯੋਗਦਾਨ ਆ ਉਹ ਹੈ ਜੀ 39 ਵਾਰਾਂ। ਇਹਨਾਂ 39 ਵਾਰਾਂ ਨੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਿਹਾ ਜਾਂਦਾ ਜੀ। ਇਹਨਾਂ ਦੇ ਰਾਹੀਂ ਉਹਨਾਂ ਨੇ ਵਿਆਖਿਆ ਕੀਤੀ ਆ। ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਲਈ ਜੇ ਅਗਰ ਕੋਈ ਪੁਖਤਾ ਤੁਹਾਨੂੰ ਸਰੋਤ ਕਿਹਾ ਜਾਵੇ ਤਾਂ ਉਹ ਇਹਨਾਂ ਦੀਆਂ 39 ਵਾਰਾਂ ਨੇ। ਵਾਰਾਂ ਤੋਂ ਬਿਨਾਂ ਇਹਨਾਂ ਨੇ ਜੀ 600 ਤੋਂ ਵੱਧ ਕਵਿਤਾ ਅਤੇ ਸਵਈਏ ਲਿਖੇ ਜਿਹੜੇ ਬ੍ਰਿਜ ਭਾਸ਼ਾ 'ਚ ਨੇ। ਕਿਸੇ ਬੁੱਕ ਦੇ ਵਿੱਚ ਜਿਹੜੀ ਰਚਨਾ ਆ ਇਹ ਜਿਹੜੇ ਨੇ ਸਵਈਏ ਜਾਂ ਕਵਿਤਾ ਉਹ ਇੱਦਾਂ ਇਸ ਤਰ੍ਹਾਂ ਨੇ। ਦੇਖੋ ਮੈਂ ਡਿਟੇਲ ਦੇ ਵਿੱਚ ਦੱਸ ਦੇਣਾ। 648 ਇਹਨਾਂ ਦੇ ਕਵਿਤਾ ਨੇ ਜੀ, 8 ਸੋਹਟੇ ਆ, 3 ਸਵਈਏ, 6 ਦੋਹਰੇ ਅਤੇ 8 ਛੰਤ। ਠੀਕ ਹੈ ਜੀ। ਇਹ ਇਹਨਾਂ ਦੀ ਰਚਨਾ। ਅਤੇ ਜੇ ਤੁਸੀਂ ਕਿਹੜੀ ਵਾਰ ਵਿੱਚ ਉਹਨਾਂ ਨੇ ਕਿਸ ਬਾਰੇ ਜ਼ਿਕਰ ਕੀਤਾ ਉਹ ਮੈਂ ਭਾਈ ਗੁਰਦਾਸ ਜੀ 'ਤੇ ਅਲੱਗ ਵੀਡੀਓ ਬਣਾਈ ਹੋਈ ਆ, ਤੁਸੀਂ ਉਹ ਜਾ ਕੇ ਦੇਖ ਸਕਦੇ ਹੋ। ਸਾਰੇ ਗੁਰੂ ਸਾਹਿਬਾਨਾਂ ਦੇ ਵੀ ਜੀਵਨ, ਉਹਨਾਂ ਨੇ ਕੀ ਉਹਨਾਂ ਦੇ ਮੇਨ ਯੋਗਦਾਨ ਆ ਉਹਨਾਂ ਬਾਰੇ ਵੀ ਇੱਕ ਅਲੱਗ ਤੋਂ ਵੀਡੀਓ ਅਲੱਗ ਹਰੇਕ ਗੁਰੂ ਸਾਹਿਬਾਨ ਬਾਰੇ, ਭਾਈ ਗੁਰਦਾਸ ਜੀ ਬਾਰੇ ਮੈਂ ਅਲੱਗ ਵੀਡੀਓ ਵੀ ਬਣਾਈ ਹੋਈ ਆ। ਉਹ ਵੀ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਗੁਰਮਤਿ ਕਾਵਿ ਦੀ ਜਿਹੜੀ ਪਲੇਲਿਸਟ ਆ ਉਹਦੇ ਵਿੱਚੋਂ ਤੁਸੀਂ ਜਾ ਕੇ ਵੇਖ ਸਕਦੇ ਹੋ। ਹਾਂਜੀ। ਇਸ ਦੇ ਨਾਲ ਹੀ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦਾ ਵੀ ਜ਼ਿਕਰ ਆਉਂਦਾ ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ ਹੈ। ਆਪਾਂ ਹੁਣ ਉਹਨਾਂ ਭਗਤਾਂ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਹਾਸਿਲ ਕਰਦੇ ਹਾਂ। ਦੇਖੋ ਜੀ ਸਭ ਤੋਂ ਪਹਿਲਾਂ ਭਗਤ ਸ਼ੇਖ ਫਰੀਦ ਜੀ ਜਿਹੜੇ ਸੂਫੀ ਕਾਵਿ ਦੇ ਜਾਂ ਪੰਜਾਬੀ ਕਾਵਿ ਦੇ ਵੀ ਮੋਢੀ ਮੰਨੇ ਜਾਂਦੇ ਆ। ਇਹਨਾਂ ਨੂੰ ਭਗਤ ਵੀ ਮੰਨਿਆ ਜਾਂਦਾ। ਠੀਕ ਹੈ ਜੀ। ਇਹਨਾਂ ਦੀ ਜਿਹੜੀ ਰਚਨਾ ਆ 112 ਇਹਨਾਂ ਦੇ ਸਲੋਕ ਹੈ ਜੀ, 4 ਸ਼ਬਦ ਹੈ, 2 ਰਾਗ ਆਸਾ ਵਿੱਚ ਨੇ ਅਤੇ 2 ਰਾਗ ਸੋਹੀ ਵਿੱਚ ਹੈ। ਠੀਕ ਹੈ। ਅੱਗੇ ਹੈ ਜੀ ਭਗਤ ਕਬੀਰ ਜੀ। ਭਗਤ ਕਬੀਰ ਜੀ ਦੇ ਇੱਥੇ ਸਲੋਕ ਸ਼ਬਦ ਲਿਖਣ ਤੋਂ ਰਹਿ ਗਏ ਆ ਜੀ, ਉਹ ਹੈਗੇ ਆ ਜੀ 243। ਠੀਕ ਹੈ ਜੀ ਟੋਟਲ। ਅੱਗੇ ਹੈ ਜੀ ਭਗਤ ਨਾਮਦੇਵ ਜੀ। ਭਗਤ ਨਾਮਦੇਵ ਜੀ ਦੇ 61 ਸ਼ਬਦ ਹੈ ਜੀ, 18 ਰਾਗਾਂ ਜਿਨ੍ਹਾਂ ਨੇ ਰਚਨਾ ਕੀਤੀ ਹੈ ਜੀ। ਅਤੇ ਇਹ ਮਹਾਰਾਸ਼ਟਰ ਨਾਲ ਸੰਬੰਧਿਤ ਰੱਖਦੇ ਸੀ, ਮਹਾਰਾਸ਼ਟਰ ਦੇ ਭਗਤ ਸੀਗੇ। ਠੀਕ ਹੈ ਜੀ। ਇਹ ਅਤੇ ਜਿਹੜੇ ਭਗਤ ਕਬੀਰ ਜੀ ਹੈ ਇਹਨਾਂ ਨੇ ਜੀ ਟੋਟਲ ਰਾਗ ਨੇ ਜਿਹੜੇ ਜੀ ਵਰਤੇ ਆ ਉਹ ਹੈਗੇ ਨੇ ਜੀ 17। ਠੀਕ ਹੈ ਜੀ। ਅੱਗੇ ਹੈ ਜੀ ਭਗਤ ਰਵਿਦਾਸ ਜੀ। ਰਵਿਦਾਸ ਜੀ ਨੇ ਜੀ 40 ਸ਼ਬਦਾਂ ਦਾ ਵਿੱਚ ਰਚਨਾ ਕੀਤੀ ਹੈ ਅਤੇ 16 ਰਾਗਾਂ ਦੀ ਵਰਤੋਂ ਕਰੀ ਹੈ। ਜਿਹੜਾ ਇਹਨਾਂ ਦਾ ਜਨਮ ਸਥਾਨ ਸੀਗਾ ਜੀ ਉਹ ਹੈ ਬਨਾਰਸ। ਠੀਕ ਹੈ ਜੀ। ਅੱਗੇ ਹੈ ਜੀ ਭਗਤ ਤ੍ਰਿਲੋਚਨ ਜੀ। ਇਹਨਾਂ ਨੇ ਜੀ 4 ਸ਼ਬਦਾਂ ਦੀ ਵਿੱਚ ਰਚਨਾ ਕਰੀ ਹੈ, 3 ਰਾਗ ਨੇ ਅਤੇ ਇਹਨਾਂ ਦਾ ਜਿਹੜਾ ਜਨਮ ਹੈ ਜੀ ਉਹ ਹੋਇਆ ਮਹਾਰਾਸ਼ਟਰ ਵਿੱਚ। ਜਿਹੜੇ ਇਹਨਾਂ ਨੇ 3 ਰਾਗਾਂ ਦੀ ਵਰਤੋਂ ਕਰੀ ਆ ਉਹ ਹੈ ਜੀ ਸ੍ਰੀ ਰਾਗ, ਗੁਜਰੀ ਰਾਗ ਅਤੇ ਧਨਾਸਰੀ ਰਾਗ। ਠੀਕ ਹੈ ਜੀ। ਅੱਗੇ ਹੈ ਜੀ ਭਗਤ ਬੈਣੀ ਜੀ। ਇਹਨਾਂ ਨੇ ਦੇਖੋ ਜੀ 3 ਸ਼ਬਦਾਂ ਵਿੱਚ ਰਚਨਾ ਕਰੀ ਹੈ ਅਤੇ ਉਹਦੇ ਵਿੱਚ ਰਾਗ ਵਰਤੇ ਇਹਨਾਂ ਨੇ 3, ਸ਼੍ਰੀ ਰਾਗ, ਰਾਮਕਲੀ ਰਾਗ ਅਤੇ ਪ੍ਰਭਾਤੀ ਰਾਗ। ਠੀਕ ਹੈ ਜੀ। ਅੱਗੇ ਹੈ ਜੀ
ਭਗਤ ਧੰਨਾ ਜੀ। ਭਗਤ ਧੰਨਾ ਜੀ ਨੇ 3 ਸ਼ਬਦਾਂ ਦੇ ਵਿੱਚ ਰਚਨਾ ਕਰੀ ਹੈ, 2 ਰਾਗ ਵਰਤੇ ਆ, ਅਤੇ ਇਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹ ਹੈ ਜੀ ਰਾਜਸਥਾਨ ਅਤੇ ਜ਼ਿਲ੍ਹਾ ਟੌਂਕ। ਠੀਕ ਹੈ ਜੀ। ਅੱਗੇ ਹੈ ਜੀ ਭਗਤ ਜੈਦੇਵ ਜੀ। ਭਗਤ ਜੈਦੇਵ ਜੀ ਨੇ ਜੀ 2 ਸ਼ਬਦਾਂ ਵਿੱਚ ਰਚਨਾ ਕਰੀ ਹੈ, ਅਤੇ ਰਾਗ ਇਹਨਾਂ ਨੇ 2 ਵਰਤੇ ਜੀ, ਮਾਰੂ ਅਤੇ ਗੁਜਰੀ। ਇਹ ਬੰਗਾਲ ਦੇ ਰਹਿਣ ਵਾਲੇ ਸੀ, ਬ੍ਰਾਹਮਣ ਜਾਤ ਨਾਲ ਸੰਬੰਧਿਤ ਸੀਗੇ ਜੀ। ਅਤੇ ਇਹਨਾਂ ਦੀ ਜਿਹੜੀ ਹੋਰ ਰਚਨਾਵਾਂ ਕਾਫੀ ਵਾਰ ਪੁੱਛ ਲਈ ਜਾਂਦੀ ਆ, ਉਹ ਹੈ ਜੀ ਗੀਤ ਗੋਬਿੰਦ ਅਤੇ ਰੱਤੀ ਮੰਜਰੀ। ਠੀਕ ਹੈ ਜੀ। ਇਹਨਾਂ ਦੀ ਰਚਨਾ ਨੇ 2 ਪ੍ਰਸਿੱਧ, ਉਹ ਤੁਸੀਂ ਯਾਦ ਕਰ ਲੈਣੀਆਂ ਨੇ। ਅੱਗੇ ਹੈ ਜੀ ਭਗਤ ਭੀਖਣ ਜੀ। ਭਗਤ ਭੀਖਣ ਜੀ ਨੇ 2 ਸ਼ਬਦਾਂ ਵਿੱਚ ਰਚਨਾ ਕਰੀ ਹੈ ਜੀ, ਸੋਰਠ ਰਾਗ ਵਿੱਚ ਇਹਨਾਂ ਨੇ ਰਚਨਾ ਕਰੀ ਹੈ। ਅਤੇ ਜਿਹੜਾ ਇਹਨਾਂ ਦਾ ਲਿਖਣ ਦੀ ਕਲਾ ਹੈ ਉਹ ਥੋੜ੍ਹੀ ਜਿਹੀ ਬੈਰਾਗਮਈ ਹੈ। ਠੀਕ ਹੈ ਜੀ। ਅਤੇ ਇਹਨਾਂ ਦਾ ਜਨਮ ਲਖਨਊ ਵਿੱਚ ਹੋਇਆ, ਅਤੇ ਇਸਲਾਮੀ ਸੂਫੀ ਪ੍ਰਚਾਰਕ ਦੇ ਤੌਰ 'ਤੇ ਵੀ ਜਾਣੇ ਜਾਂਦੇ ਆ। ਅੱਗੇ ਹੈ ਜੀ ਭਗਤ ਰਾਮਾਨੰਦ ਜੀ। ਭਗਤ ਰਾਮਾਨੰਦ ਜੀ ਨੇ 1 ਸ਼ਬਦ ਵਿੱਚ ਰਚਨਾ ਕਰੀ ਹੈ, ਅਤੇ ਇਹਨਾਂ ਨੇ ਜਿਹੜਾ ਰਾਗ ਦੀ ਵਰਤੋਂ ਕਰੀ ਆ ਉਹ ਹੈ ਜੀ ਬਸੰਤ ਰਾਗ। ਠੀਕ ਹੈ ਜੀ। ਅਤੇ ਬ੍ਰਾਹਮਣ ਸੀ ਕਾਸਟ ਤੋਂ, ਅਤੇ ਇਹਨਾਂ ਦਾ ਜਿਹੜਾ ਜਨਮ ਆ ਦੱਖਣ ਵਿੱਚ ਹੋਇਆ। ਇਹਨਾਂ ਦਾ ਪਿੰਡ ਦਾ ਨਾਮ ਹੈ ਜੀ ਮਾਨਕੋਟ। ਠੀਕ ਹੈ ਜੀ। ਅੱਗੇ ਹੈ ਜੀ ਭਗਤ ਸੂਰਦਾਸ ਜੀ। ਜਿਹੜੇ ਭਗਤ ਸੂਰਦਾਸ ਹੈ ਜੀ, ਇਹ ਵੀ ਜਾਤ ਦੇ ਬ੍ਰਾਹਮਣ ਸੀ ਅਤੇ ਨੇਤਰਹੀਣ ਸੀ, ਅਤੇ ਇਹਨਾਂ ਦੀਆਂ ਜਿਹੜੀਆਂ ਮੇਨ ਰਚਨਾਵਾਂ ਉਹ ਹੈਗੀ ਹੈ ਜੀ ਸੁਰਸਾਗਰ, ਮਾਰਵਲੀ ਅਤੇ ਸਾਹਿਤਯ ਲਹਿਰੀ ਸਾਰੰਗ। ਠੀਕ ਹੈ। ਸਾਹਿਤਯ ਲਹਿਰੀ ਇਹਨਾਂ ਦੀ ਰਚਨਾ ਨੇ। ਅਤੇ ਇਹਨਾਂ ਨੇ ਜੀ 1 ਸ਼ਬਦ ਦੇ ਵਿੱਚ ਰਚਨਾ ਕਰੀ ਹੈ, 1 ਰਾਗ ਵਿੱਚ, ਅਤੇ ਜਿਹੜੀ ਰਾਗ ਹੈਗੀ ਉਹ ਹੈਗੀ ਜੀ ਸਾਰੰਗ ਰਾਗ। ਠੀਕ ਹੈ ਜੀ। ਅਤੇ ਅੱਗੇ ਹੈ ਜੀ ਭਗਤ ਸੈਣ ਜੀ। ਭਗਤ ਸੈਣ ਜੀ ਨੇ 1 ਸ਼ਬਦ ਵਿੱਚ ਰਚਨਾ ਕਰੀ ਹੈ, ਅਤੇ ਰਾਗ ਵੀ 1 ਵਰਤੇ ਇਹਨਾਂ ਨੇ। ਜਿਹੜਾ ਰਾਗ ਦਾ ਨਾਮ ਹੈ ਉਹ ਹੈ ਜੀ ਧਨਾਸਰੀ ਰਾਗ। ਠੀਕ ਹੈ ਜੀ। ਅੱਗੇ ਹੈ ਜੀ ਭਗਤ ਪੀਪਾ ਜੀ। ਭਗਤ ਪੀਪਾ ਜੀ ਨੇ 1 ਸ਼ਬਦ ਦੀ ਰਚਨਾ ਕਰੀ ਹੈ, ਅਤੇ ਉਹਨਾਂ ਨੇ ਜਿਹੜਾ ਰਾਗ ਵਰਤਿਆ ਉਹ ਹੈ ਜੀ ਧਨਾਸਰੀ ਰਾਗ, ਅਤੇ ਇਹਨਾਂ ਦਾ ਜਿਹੜਾ ਜਨਮ ਸਥਾਨ ਹੈ ਉਹ ਹੈ ਜੀ ਰਾਜਸਥਾਨ। ਅੱਗੇ ਹੈ ਜੀ ਭਗਤ ਸਦਨਾ ਜੀ। ਇਹਨਾਂ ਨੇ 1 ਸ਼ਬਦ ਦੀ ਰਚਨਾ ਕਰੀ ਹੈ, ਅਤੇ ਇਹਨਾਂ ਨੇ ਜਿਹੜਾ ਰਾਗ ਵਰਤਿਆ ਉਹ ਹੈ ਜੀ ਬਹਾਵਲ ਰਾਗ। ਅੱਗੇ ਹੈ ਜੀ ਭਗਤ ਪਰਮਾਨੰਦ ਜੀ। ਇਹ ਲਾਸਟ ਆਪਣੇ ਭਗਤ ਹੈ, 15 ਭਗਤ ਸੀ ਜਿਹੜੇ ਟੋਟਲ, ਉਹਨਾਂ ਵਿੱਚੋਂ ਪਰਮਾਨੰਦ ਜੀ ਲਾਸਟ ਹੈ। ਅਤੇ ਇਹਨਾਂ ਨੇ 1 ਸ਼ਬਦ ਦੀ ਰਚਨਾ ਕਰੀ ਹੈ, ਅਤੇ ਜਿਹੜਾ ਰਾਗ ਵਰਤਿਆ ਉਹ ਹੈ ਜੀ ਸਾਰੰਗ ਰਾਗ। ਠੀਕ ਹੈ ਜੀ। ਅੱਗੇ ਹੁਣ ਆਪਾਂ ਭੱਟਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਜੀ। 11 ਭੱਟ ਨੇ ਜੀ ਟੋਟਲ। ਉਹਨਾਂ ਵਿੱਚ ਜਿਹੜਾ ਭੱਟ ਕਲ ਜੀ ਨੇ ਇਹਨਾਂ ਨੇ ਸਾਰੇ ਜਿਹੜੇ ਭੱਟ ਨੇ ਜੀ ਜ਼ਿਆਦਾਤਰ ਇਹਨਾਂ ਨੇ ਸਵਈਆਂ ਵਿੱਚ ਰਚਨਾ ਕੀਤੀ ਹੈ। ਠੀਕ ਹੈ ਜੀ। ਅਤੇ ਜਿਹੜੇ ਭੱਟ ਕਲ ਜੀ ਇਹਨਾਂ ਨੇ ਕਰੇ ਆ ਜੀ 54 ਸਵਈਏ। ਅੱਗੇ ਹੈਗੇ ਭੱਟ ਨਲ ਜੀ, ਇਹਨਾਂ ਨੇ 16 ਸਵਈਏ। ਇਹ ਮੈਂ ਕ੍ਰਮਵਾਰ ਲਿਖਿਆ ਜੀ, ਜਿਨ੍ਹਾਂ ਨੇ ਸਭ ਤੋਂ ਵੱਧ ਸਵਈਏ ਲਿਖੇ ਆ ਉਸ ਕ੍ਰਮ ਦੇ ਰੂਪ ਵਿੱਚ ਲਿਖਿਆ ਹੋਇਆ। ਅੱਗੇ ਭੱਟ ਨਲ ਜੀ, ਇਹਨਾਂ ਨੇ 16 ਸਵਈਏ। ਅੱਗੇ ਭੱਟ ਸਥਰਾ ਜੀ 14 ਸਵਈਏ। ਭੱਟ ਸੈਯਦ ਜੀ ਇਹ ਹੈਗੇ ਜੀ 13 ਸਵਈਏ। ਅੱਗੇ ਭੱਟ ਹਰਵੰਸ ਜੀ, ਇਹਨਾਂ ਨੇ 9 ਸਵਈਏ। ਅੱਗੇ ਭੱਟ ਕੀਰਤ ਜੀ, ਇਹਨਾਂ ਨੇ 8 ਸਵਈਏ। ਅੱਗੇ ਭੱਟ ਜਹਲ ਹਾਹਾ ਪੈਂਦਾ ਜੀ ਪੈਰ, ਜਹਲ ਜੀ, ਇਹਨਾਂ ਨੇ 5 ਸਵਈਏ। ਅੱਗੇ ਭੱਟ ਬੱਲ ਜੀ, ਇਹਨਾਂ ਨੇ 5 ਸਵਈਏ। ਅੱਗੇ ਭੱਟ ਸਲ ਜੀ, ਇਹਨਾਂ ਦੇ 3 ਸਵਈਏ। ਅੱਗੇ ਭੱਟ ਭਿੱਖਾ ਜੀ, ਇਹਨਾਂ ਦੇ 2 ਸਵਈਏ। ਅੱਗੇ ਹੈ ਭੱਟ ਭੱਲ ਜੀ। ਠੀਕ ਹੈ ਜੀ। ਇਹਨਾਂ ਦਾ ਹੈ 1 ਸਵਈਆ। ਇਹ ਟੋਟਲ ਆਪਣੇ 11 ਭੱਟ ਹੋ ਗਏ ਜੀ। ਇਹਨਾਂ ਨੇ ਸਾਰਿਆਂ ਨੇ ਸਵਈਆਂ ਵਿੱਚ ਰਚਨਾ ਕੀਤੀ ਹੈ। ਠੀਕ ਹੈ ਜੀ। ਅੱਗੇ ਹੈ ਜੀ ਗੁਰੂ ਘਰ ਨਾਲ ਨਿਕਟਬੰਦੀ ਨੇ ਜਿਹੜੇ ਗੁਰੂ ਘਰ ਦੇ, ਉਹਨਾਂ ਨੇ ਵੀ ਕੁਝ ਬਾਣੀ ਲਿਖੀ ਆ। ਉਹਨਾਂ ਦੀ ਬਾਣੀ ਦਾ ਵੀ ਆਪਾਂ ਜ਼ਿਕਰ ਕਰ ਲੈਂਦੇ ਹਾਂ। ਜਿੱਦਾਂ ਹੈਗੇ ਜੀ ਸਭ ਤੋਂ ਪਹਿਲਾਂ ਬਾਬਾ ਸੁੰਦਰ ਜੀ, ਇਹਨਾਂ ਨੇ 6 ਪਦੇ ਲਿਖੇ ਆ ਜੀ, ਅਤੇ 1 ਰਾਗ ਦੀ ਇਹਨਾਂ ਨੇ ਵਰਤੋਂ ਕਰੀ ਹੈ। ਅੱਗੇ ਹੈ ਜੀ ਭਾਈ ਬਲਵੰਤ ਜੀ, ਇਹਨਾਂ ਨੇ 5 ਪੌੜੀਆਂ ਵਿੱਚ ਰਚਨਾ ਕਰੀ ਹੈ। ਅਤੇ ਇਹਨਾਂ ਨੇ ਅੱਗੇ ਹੈ ਜੀ ਭਾਈ ਸੱਤਾ ਜੀ, ਉਹਨਾਂ ਨੇ 3 ਪੌੜੀਆਂ ਦੀ ਰਚਨਾ ਕਰੀ ਹੈ। ਇੱਕ ਭਾਈ ਮਰਦਾਨਾ ਜੀ ਹੈ ਜੀ ਜਿਹੜੇ, ਉਹਨਾਂ ਦਾ ਵੀ ਜ਼ਿਕਰ ਮਿਲਦਾ। ਉਹਨਾਂ ਨੇ ਬਿਹਾਗੜੇ ਕੀ ਵਾਰ ਲਿਖੀ ਹੈ, ਮਹੱਲਾ 5ਵਾਂ ਵਿੱਚ 3 ਸਲੋਕ ਲਿਖੇ ਆ। ਬਹਾਵੜੇ ਕੀ ਵਾਰ ਮਹੱਲਾ 5ਵਾਂ ਵਿੱਚ 3 ਸਲੋਕਾਂ ਦੀ ਰਚਨਾ ਕਰੀ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਤੁਹਾਨੂੰ ਮੈਂ ਦੱਸਿਆ ਕਿ ਜਿਹੜੀਆਂ ਆਪਣੇ ਗੁਰਮਤਿ ਕਾਵਿ ਵਿੱਚ ਟੋਟਲ 22 ਅਧਿਆਤਮਿਕ ਵਾਰਾਂ ਨੇ। 22 ਦੇ ਵਿੱਚੋਂ ਜੀ ਜਿਹੜੀਆਂ 21 ਵਾਰਾਂ ਨੇ ਉਹ ਤਾਂ ਲਿਖੀਆਂ ਨੇ ਗੁਰੂ ਜਨਾਂ ਨੇ। ਠੀਕ ਹੈ ਜੀ। ਜਿਹੜੀ 22ਵੀਂ ਵਾਰ ਹੈ ਉਹ ਲਿਖੀ ਹੈ ਜੀ ਬਲਵੰਤ ਅਤੇ ਭਾਈ ਸੱਤਾ ਜੀ ਨੇ, ਜਿਹੜਾ ਜ਼ਿਕਰ ਕੀਤਾ ਹੋਇਆ ਇੱਥੇ ਦੇਖੋ ਜੀ। ਇਹਨਾਂ ਨੇ 22ਵੀਂ ਵਾਰ ਦੀ ਰਚਨਾ ਕਰੀ ਆ। ਇਹ ਸੀਗਾ ਜੀ ਕੁੱਲ ਮਿਲਾ ਕੇ ਗੁਰਮਤਿ ਕਾਵਿ ਨਾਲ ਸੰਬੰਧਿਤ ਜਾਣਕਾਰੀ। ਇਹਦੇ ਬਿਨਾਂ ਕੁਝ ਹੋਰ ਵੀ ਜਾਣਕਾਰੀ ਆ ਕਾਫੀ, ਜਿੱਦਾਂ ਕਿਹੜੇ ਕਿਹੜੇ ਲੋਕ ਕਾਵਿ ਰੂਪ ਵਰਤੇ ਗਏ ਆ ਗੁਰੂ ਗ੍ਰੰਥ ਸਾਹਿਬ ਵਿੱਚ, ਜਾਂ ਹੋਰ ਵੀ ਕੁਝ ਛੋਟੀ ਮੋਟੀ ਜਾਣਕਾਰੀ, ਉਹ ਵੀ ਇੱਕ ਵੀਡੀਓ ਅਲੱਗ ਬਣਾ ਲਾਂਗੇ ਆਪਾਂ। ਅਤੇ ਇਹਦੇ ਵਿੱਚ ਸਾਰੀ ਜਾਣਕਾਰੀ ਇੱਕੋ ਵੀਡੀਓ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਦੇਖੋ ਕਿ
ਤੁਹਾਨੂੰ ਕਿੰਨੀ ਕੁ ਚੰਗੀ ਲੱਗਦੀ ਹੈ। ਬਾਕੀ ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ, ਕਮੈਂਟ ਕਰਕੇ ਦੱਸਣਾ ਜੀ, ਅਤੇ ਪੇਜ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਅਤੇ ਬਾਕੀ ਜਿਹੜੇ ਗੁਰੂ ਸਾਹਿਬਾਨਾਂ ਬਾਰੇ ਮੈਂ ਤੁਹਾਨੂੰ ਇੱਕੋ ਵੀਡੀਓ ਵਿੱਚ ਕਰਵਾਇਆ, ਇਹਨਾਂ ਦੇ ਲਈ ਅਲੱਗ-ਅਲੱਗ ਵੀਡੀਓ ਵੀ ਬਣਾਈ ਗਈ ਆ ਹਰੇਕ ਗੁਰੂ ਬਾਰੇ। ਉਹ ਵੀਡੀਓ ਵੀ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਧੰਨਵਾਦ ਸਾਥੀਓ।